ਪੰਜਾਬ ਮੇਲ USA ਦੇਖ ਰਹੇ ਸਾਰੇ ਪਰਿਵਾਰ ਮੈਂਬਰਾਂ ਦਾ ਬਹੁਤ-ਬਹੁਤ ਸਵਾਗਤ। ਮੈਂ ਜਤਿੰਦਰ ਸਿੰਘ ਖਹਿਰਾ ਤੇ ਮੈਂ ਹਾਂ ਦੋਸਤੋ ਮੋਹਿਤ ਰੂਬਲ। ਸਵਾਗਤ ਕਰਦੇ ਹਾਂ ਸਾਡੇ ਪ੍ਰੋਗਰਾਮ ਦੇ ਵਿੱਚ, ਜਿਸ ਦਾ ਨਾਮ ਹੈ ਜੀ ਮੁੱਦਾ। ਕਹਿੰਦੇ ਚੋਰ ਜੋ ਕਰਦੇ ਚੋਰੀ ਲਿਆਉਂਦੇ ਲੁੱਟ ਕਰ, ਖਾਂਦੇ ਦੁੱਧ ਮਲਾਈਆਂ ਮਲੀਂਦੇ ਕੁੱਟ ਕਰ। ਜਿਹੜੇ ਚੋਰੀ ਕਰਦੇ ਹੁੰਦੇ ਆ ਉਹਨਾਂ ਨੂੰ ਸ਼ਾਇਦ ਪਤਾ ਨਹੀਂ ਲੱਗਦਾ, ਉਹਨਾਂ ਨੂੰ ਕੋਈ ਫਰਕ ਨਹੀਂ, ਉਹ ਜਿਹੜੇ ਮਰਜ਼ੀ ਘਰੋਂ ਚੋਰੀ ਕਰਕੇ ਲੈ ਆਉਂਦੇ ਆ। ਤੁਸੀਂ ਅਕਸਰ ਦੇਖਿਆ ਹੋਵੇ ਕਿ ਜਦੋਂ ਨਵਾਂ ਬੰਦਾ ਕੋਈ ਗਲਤ ਕੰਮ ਕਰਨ ਲੱਗਾ ਹੋਵੇ, ਕੋਈ ਚੰਗਾ ਬੰਦਾ ਮੋਹਿਤ ਜੀ ਜਦੋਂ ਕੋਈ ਗਲਤ ਕੰਮ ਪਹਿਲੀ ਵਾਰੀ ਕਰਦਾ ਤੇ ਉਹਦੇ ਹੱਥ ਕੰਬਦੇ ਆ ਜੀ। ਮੈਂ ਇੱਕ ਦਿਨ ਇੱਦਾਂ ਇੱਕ ਕਹਾਣੀ ਪੜ੍ਹਦਾ ਸੀਗਾ ਤੇ ਉਹ ਕਹਿੰਦਾ ਜੀ ਮੈਂ ਨਸ਼ਾ ਕਰਨ ਲੱਗ ਪਿਆ, ਮੈਨੂੰ ਨਹੀਂ ਪਤਾ ਮੈਂ ਕਿੱਦਾਂ ਨਸ਼ੇ ਨੂੰ ਲੱਗਾ। ਮੇਰੇ ਯਾਰ ਦੋਸਤ ਨੇ ਕਿਹਾ ਸਵਾਦ ਚੱਖ ਲੈ, ਫ੍ਰੀ 'ਚ ਖਿਲਾਇਆ, ਮੈਨੂੰ 10 ਦਿਨ ਆਪਦੇ ਘਰੇ ਵੀ ਰੱਖਿਆ, ਰੋਟੀ ਪਾਣੀ ਵੀ ਛਕਾਇਆ ਤੇ ਨਾਲ ਨਸ਼ੇ ਦੀ ਵੀ ਡੋਜ਼ ਦਿੰਦਾ ਰਿਹਾ ਜੀ। ਕਹਿੰਦਾ ਜਦੋਂ ਫਿਰ ਮੈਂ ਆਦੀ ਹੋ ਗਿਆ ਤੇ ਮੈਨੂੰ ਕਹਿੰਦਾ ਵੀ ਹੁਣ ਮਿੱਤਰਾ ਤੂੰ ਆਪਣੇ ਘਰੇ ਚਲੇ ਜਾ। ਘਰ ਆ ਕੇ ਕਹਿੰਦਾ ਤੋੜ ਵੱਜੀ ਤੇ ਪੈਸੇ ਮੇਰੇ ਕੋਲੇ ਹੈ ਨਹੀਂ। ਕਹਿੰਦਾ ਪੈਸੇ ਹੈ ਨਹੀਂ ਤੇ ਹੁਣ ਇੱਕ ਦਿਨ ਕੱਢ ਲਿਆ, ਦੂਸਰੇ ਦਿਨ ਕਹਿੰਦਾ ਰਹਿ ਨਾ ਹੋਇਆ ਤੇ ਸੋਚਿਆ ਕਿ ਕੁਛ ਨਾ ਕੁਛ ਹੱਲ ਕਰਨਾ ਪੈਣਾ। ਫਿਰ ਕਹਿੰਦੇ ਹੁੰਦੇ ਨਾ ਡੁੱਬਦਾ ਕੀ ਨਹੀਂ ਕਰਦਾ, ਤੇ ਡੁੱਬਦਾ ਫਿਰ ਆਪਦੀ ਮਾਂ ਦੇ ਗਹਿਣੇ ਵੀ ਜਿਹੜਾ ਉਹ ਵੇਚਣ ਨੂੰ ਫਿਰਨ ਲੱਗ ਪਿਆ ਜੀ। ਕਹਿੰਦਾ ਮੈਨੂੰ ਪਤਾ ਸੀ ਬੀਬੀ ਮੇਰੀ ਗਹਿਣੇ ਕਿੱਥੇ ਰੱਖਦੀ ਹੈ, ਮਾਂ ਕਦੇ ਨਹੀਂ ਲੁਕਾਉਂਦੀ ਆਪਣੇ ਪੁੱਤਾਂ ਤੋਂ ਕਿ ਕਿੱਥੇ ਕਿਹੜੀ ਚੀਜ਼ ਪਈ ਹੈ। ਕਹਿੰਦਾ ਜਦੋਂ ਮੈਂ ਗਹਿਣਿਆਂ ਨੂੰ ਹੱਥ ਪਾਉਂਦਾ ਸੀ ਤੇ ਮੇਰੇ ਹੱਥ ਇੱਦਾਂ ਕੰਬਦੇ ਸੀ। ਇੱਦਾਂ ਹੀ ਹੁੰਦੀ ਜਦੋਂ ਪਹਿਲੀ ਵਾਰੀ ਕੋਈ ਚੋਰੀ ਕਰਦਾ, ਉਹਨੂੰ ਪਤਾ ਇਹ ਗਲਤ ਚੀਜ਼ ਹੈ ਤੇ ਉਹਦੇ ਹੱਥ ਤਾਂ ਕੰਬਦੇ ਹੀ ਆ। ਦੂਸਰੇ ਬੰਨੇ ਜੇ ਕਹਿ ਲਓ ਕਿ ਜਿਹੜਾ ਬਸ਼ਰਮ ਹੋ ਗਿਆ, ਜਿਹੜਾ ਚੋਰੀ ਹੈਗਾ, ਉਹ ਕੁਝ ਵੀ ਚੋਰੀ ਕਰ ਲਵੇ ਤੇ ਸ਼ਾਇਦ ਉਹਦੇ ਹੱਥ ਨਹੀਂ ਕੰਬਦੇ। ਇੱਦਾਂ ਦੀ ਜਿਹੜੀ ਕਹਾਣੀਆਂ ਨੇ ਇਹ ਸਾਡੇ ਪਾਸਟ ਦੇ ਵਿੱਚ ਨਹੀਂ ਹੈ, ਇਹ ਹੁਣ ਵੀ ਵੇਖਣ ਨੂੰ ਮਿਲਦੀਆਂ। ਅਹਿਸਾਸ ਬੰਦੇ ਨੂੰ ਕੋਈ ਦੁਰਲੰਤ ਕਹਿ ਜਾਵੇ ਨਾ ਤਾਂ ਉਹਨੂੰ ਸਾਰੀ ਰਾਤ ਨੀਂਦ ਨਹੀਂ ਆਉਂਦੀ ਵੀ ਬਈ ਮੈਨੂੰ ਇਹਨੇ ਆਹ ਗੱਲ ਕਹਿ ਦਿੱਤੀ ਹੈ। ਇੱਦਾਂ ਦੀ ਖਬਰ ਜਿਹੜੀ ਆ ਉਹ ਗੁਰਮੁਖ ਸਿੰਘ ਦੇ ਨਾਲ ਹੁੰਦੀ ਹੈ। ਗੁਰਮੁਖ ਸਿੰਘ ਜਿਹੜਾ ਇੱਕ ਕਹਿ ਲਓ ਕਿ ਰੈਸਲਰ ਵੀ ਰਹਿ ਗਿਆ, ਬੜੇ ਮਾਨ ਸਨਮਾਨ ਇਕੱਠੇ ਕੀਤੇ, ਔਰ ਉਹਦੇ ਨਾਲ ਵੀ ਕੁਝ ਇੱਦਾਂ ਦਾ ਹੀ ਹੁੰਦਾ ਆ ਕਿ ਉਹਨੂੰ ਫਿਰ ਇੱਕ ਅਹਿਸਾਸ ਹੁੰਦਾ ਹੈ ਕਿ ਬਈ ਮੈਨੂੰ ਤਾਂ ਹੁਣ ਰਾਤ ਨੂੰ ਨੀਂਦ ਨਹੀਂ ਆਉਂਦੀ। ਇੱਕ ਉਹ ਇਨਸਾਨ ਹੈ ਜਿਹੜਾ ਸਾਰੀ ਉਮਰ ਸੱਚ ਤੇ ਚੱਲਦਾ ਹੋਵੇ ਤੇ ਉਹਨੂੰ ਕੋਈ ਝੂਠਾ ਆ ਕੇ ਕਹਿ ਦੇਵੇ ਜੀ। ਖੈਰ ਸਾਹਿਬ, ਤੁਸੀਂ ਗੱਲ ਕੀਤੀ ਹੁਣੇ ਗੁਰਮੁਖ ਸਿੰਘ ਹੋਣਾ ਨੇ, ਜਿਨ੍ਹਾਂ ਨੇ ਆਪਣੀ ਜ਼ਿੰਦਗੀ 'ਚ ਕਾਫੀ ਸਾਰਾ ਜਿਹੜਾ ਸਮਾਂ ਹੈ ਆਪਣੀ ਸਿਹਤ ਨੂੰ ਦਿੱਤਾ। ਬਾਕਸਰ ਰਹੇ, ਰੈਸਲਰ ਵੀ ਰਹੇ, ਫਿਰ ਇੰਡੀਅਨ ਆਰਮੀ ਵਿੱਚ ਭਰਤੀ ਹੋਏ, 3 ਜੰਗਾਂ ਲੜੀਆਂ ਦੇਸ਼ ਦੇ ਲਈ, 10 ਤੋਂ ਵੱਧ ਜਿਹੜੇ ਉਹਨਾਂ ਨੂੰ ਸੈਨਾ ਦੇ ਮੈਡਲ ਮਿਲੇ। ਯਾਨੀ ਕਿ ਕਾਫੀ ਜਿਹੜਾ ਮੈਂ ਕਹਿੰਦਾ ਉਹਨਾਂ ਦੀ ਜਿਹੜੀ ਉਮਰ ਹੈ ਉਹਨਾਂ ਨੇ ਦੇਸ਼ ਦੇ ਨਾਂ ਲਗਾ ਦਿੱਤੀ। ਐਂਡ ਕਿਸਾਨੀ ਅੰਦੋਲਨ ਦੇ ਚਲਦਿਆਂ 26 ਜਨਵਰੀ ਦੀ ਘਟਨਾ ਤੋਂ ਬਾਅਦ ਜਦੋਂ ਕਾਫੀ ਸਾਰੇ ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ, ਕਾਫੀ ਸਾਰੇ ਅਜਿਹੇ ਲੋਕ ਵੀ ਸੀਗੇ ਜਿਹਨਾਂ ਦੀ ਜਿਹੜੀ ਉਮਰ ਸੀਗੀ ਉਹ ਕਾਫੀ ਜ਼ਿਆਦਾ ਸੀਗੇ, 70 ਤੋਂ 75 ਜਾਂ ਉਸ ਤੋਂ ਵੱਧ ਸਾਲਾਂ ਦੀ ਉਮਰ ਦੇ ਵਿਅਕਤੀ ਸੀਗੇ। ਹੁਣ ਉਹਨਾਂ ਵਿੱਚੋਂ ਗੁਰਮੁਖ ਸਿੰਘ, ਜਿਵੇਂ ਕਿ ਅਸੀਂ ਕਹਿ ਚੁੱਕੇ ਕਿ ਜਿਹੜੇ ਆਰਮੀ ਸਰਵਿਸਮੈਨ ਵੀ ਰਹਿ ਚੁੱਕੇ ਨੇ ਐਂਡ ਇੱਕ ਵਧੀਆ ਪਲੇਅਰ ਵੀ ਰਹਿ ਚੁੱਕੇ ਨੇ, ਉਹ ਜਦੋਂ ਜੇਲ੍ਹ ਤੋਂ ਛੁੱਟ ਕੇ ਬਾਹਰ ਆਉਂਦੇ ਨੇ, ਜਦੋਂ ਮੀਡੀਆ ਨਾਲ ਗੱਲਬਾਤ ਕਰਦੇ ਨੇ ਤੇ ਆਖਦੇ ਨੇ ਕਿ ਮੈਨੂੰ ਹੁਣ ਘਰ ਨੀਂਦ ਨਹੀਂ ਆ ਰਹੀ। ਕਾਰਨ ਕਹਿੰਦੇ 15 ਦਿਨ ਜਦੋਂ ਮੈਂ ਜੇਲ੍ਹ ਵਿੱਚ ਰਿਹਾ ਤਾਂ ਉਸ ਜੇਲ੍ਹ ਦੇ ਵਿੱਚ ਜਿਹੜੀ ਟੋਇਲਟ ਹੁੰਦੀ ਸੀ, ਜਿਹੜੇ ਪਖਾਨੇ ਹੁੰਦੇ ਸੀਗੇ, ਉੱਪਰੋਂ ਤੱਕ ਭਰੇ ਹੁੰਦੇ ਸੀਗੇ। ਤੇ ਜਦੋਂ ਮੈਂ ਉਹਨਾਂ ਨੂੰ ਕੰਪਲੇਂਟ ਕੀਤੀ ਕਿ ਇਸ ਨੂੰ ਸਾਫ਼ ਕਰਾ ਦਿਓ ਤਾਂ ਕਹਿੰਦੇ ਤੁਹਾਡੇ ਵਰਗੇ ਲੋਕਾਂ ਨਾਲ ਤਾਂ ਅਜਿਹਾ ਸਲੂਕ ਹੋਣਾ ਜ਼ਰੂਰੀ ਹੈ। ਤੁਹਾਡੇ ਵਰਗੇ ਲੋਕ ਇੱਥੇ ਦੋਸਤੋ ਉਹਨਾਂ ਨੂੰ ਕਿਹਾ ਗਿਆ ਅੱਤਵਾਦੀ, ਕਿਹਾ ਗਿਆ ਉਹਨਾਂ ਨੂੰ ਦੇਸ਼ ਦਰੋਹੀ ਕਿਹਾ ਗਿਆ। ਸੋ ਇੱਕ ਉਹ ਵਿਅਕਤੀ ਜਿਸਨੇ ਆਪਣੀ ਜ਼ਿੰਦਗੀ ਦਾ ਕਾਫੀ ਵੱਡਾ ਜਿਹੜਾ ਪੋਰਸ਼ਨ ਨੇ ਉਹ ਆਪਣੇ ਦੇਸ਼ ਦੀ ਸੇਵਾ ਲਈ ਲਗਾ ਦਿੱਤਾ, 3 ਜੰਗਾਂ ਲੜੀਆਂ। ਯਾਨੀ ਕਿ ਉਹ ਉਸ ਟਾਈਮ ਪੂਰੇ ਤਿਆਰ ਸੀਗੇ ਕਿ ਜੇਕਰ ਦੇਸ਼ ਲਈ ਜਾਨ ਵੀ ਦੇਣੀ ਪੈ ਜਾਵੇ ਤਾਂ ਉਸ ਟਾਈਮ ਬਿਲਕੁਲ ਤਿਆਰ ਸੀਗੇ ਕਿ ਚਲੋ ਕੋਈ ਗੱਲ ਨਹੀਂ, ਕਿਉਂਕਿ ਭਾਰਤ ਦੇਸ਼ ਮਾਤਾ ਜਿਹੜੀ ਹੈ ਉਹਨਾਂ ਨੂੰ ਇੰਨਾ ਪਿਆਰ ਕਰਦੇ। ਤੇ ਉਹੀ ਦੇਸ਼ ਵਾਸੀ ਅੱਜ ਉਹਨਾਂ ਨੂੰ ਦੇਸ਼ ਦਰੋਹੀ ਕਹਿ ਰਹੇ ਨੇ। ਸੋ ਬਾਕੀ ਖੈਰ ਸਾਹਿਬ ਨੇ ਜਿਵੇਂ ਸਟਾਰਟਿੰਗ 'ਚ ਗੱਲ ਕੀਤੀ ਕਿ ਇੱਕ ਵਿਅਕਤੀ ਜਿਸਨੇ ਆਪਣੀ ਪੂਰੀ ਜ਼ਿੰਦਗੀ ਦੇਸ਼ ਦੇ ਲਈ ਲਗਾ ਦਿੱਤੀ, ਉਸੇ ਵਿਅਕਤੀ ਨੂੰ ਜਦੋਂ ਦੇਸ਼ ਦਰੋਹੀ ਕਿਹਾ ਜਾਵੇਗਾ ਤਾਂ ਕਿੰਨੀ ਵੱਡੀ ਬੇਇੱਜ਼ਤੀ ਵਾਲੀ ਗੱਲ ਹੈ। ਸੋ ਕਿਹੋ ਜਿਹਾ ਉਹ ਫੀਲ ਕਰ ਰਹੇ ਹੋਣਗੇ ਵਾਕਈ। ਇੱਦਾਂ ਦੇ ਕਾਫੀ ਸਾਰੇ ਖੈਰ ਸਾਹਿਬ ਕੇਸ ਨੇ ਜਿਨ੍ਹਾਂ ਨੂੰ ਉੱਥੋਂ ਚੱਕ ਲਿਆ ਗਿਆ, ਨਜਾਇਜ਼ ਹੀ ਚੱਕ ਲਿਆ ਗਿਆ, ਕਿ ਜਿਹੜੇ ਸਿਰਫ ਕਿਸਾਨ ਦੇਖ ਰਹੇ ਨੇ ਜਾਂ ਫਿਰ ਜਿਹੜੇ ਉੱਥੇ ਕਿਤੇ ਸੀਗੇ ਕਿਸਾਨਾਂ ਦੀ ਸਪੋਰਟ ਕਰ ਰਹੇ ਸੀਗੇ। ਕਿੰਨੇ ਹੀ ਲੋਕ ਜਿਹੜੇ ਨੇ ਫੜੇ ਗਏ ਨੇ ਐਂਡ ਉਹਨਾਂ ਵਿੱਚੋਂ ਇੱਕ ਗੁਰਮੁਖ ਸਿੰਘ। ਜਦੋਂ ਅਸੀਂ ਸੰਵਿਧਾਨ ਦੀ ਗੱਲ ਕਰਦੇ ਹਾਂ ਤੇ ਦੁਨੀਆ ਦਾ ਸਭ ਤੋਂ ਲੰਬਾ ਸੰਵਿਧਾਨ ਸਾਡਾ ਆ, ਔਰ ਦੂਸਰੇ ਬੰਨੇ ਅਸੀਂ ਕਹਿੰਦੇ ਹਾਂ ਕਠੋਰ ਵੀ ਹੈ ਤੇ ਲਚੀਲਾ ਵੀ ਹੈ। ਪਰ ਜਦੋਂ ਇੱਦਾਂ ਦੀਆਂ ਗੱਲਾਂ ਆਉਂਦੀਆਂ ਤੇ ਸੰਵਿਧਾਨ ਦੇ ਵਿੱਚ ਹੀ ਲਿਖਿਆ ਕਿ ਹਰ ਇਨਸਾਨ ਨੂੰ ਇੱਕ ਕੁਆਲਿਟੀ ਲਾਈਫ ਜੀਣ ਦਾ ਅਧਿਕਾਰ ਹੈ। ਇੱਥੇ ਤਾਂ ਇੱਦਾਂ ਹੁੰਦੀ ਆ, ਪ੍ਰੋਵ ਹਲੇ ਚੱਲੀ ਨਹੀਂ ਹੁੰਦੀ ਤੇ ਪਹਿਲਾਂ ਹੀ ਕਹਿ ਦਿੰਦੇ ਆ ਜੀ ਤੂੰ ਗੁੰਡਾ ਆ, ਤੂੰ ਕਤਲ ਕੀਤਾ ਤਾਂ ਤੂੰ ਕਾਤਲ ਆ ਜੀ। ਮੈਂ ਗੱਲ ਕਰ ਰਿਹਾ ਜਦੋਂ ਅਸੀਂ ਹੁਣ ਥੋੜ੍ਹੇ ਜਿਹੇ ਦਿਨ ਪਹਿਲਾਂ 3 ਜਿਹੜੇ ਲੋਕਾਂ ਤੇ ਟ੍ਰਾਇਲ ਚੱਲਦਾ ਆ। ਟ੍ਰਾਇਲ ਇਸ ਕਰਕੇ ਚੱਲਦਾ ਜੀ, ਕਹਿੰਦੇ ਜੀ ਉਹਨਾਂ ਨੇ ਟੂਲ ਕਿੱਟ ਦਾ ਮਾਮਲਾ ਉਹਨਾਂ ਦੇ ਸਾਹਮਣੇ ਆਇਆ। ਮੈਂ ਕਹਾਣੀ ਨੂੰ ਉਹਦੇ ਨਾਲ ਜੋੜਨ ਦੀ ਕੋਸ਼ਿਸ਼ ਕਰਦਾ ਜੀ। ਉਹਦੇ 'ਚ ਕੁੜੀ ਹੈ ਜੀ ਦਿਸ਼ਾ ਰਵੀ ਜੀ, ਤੇ ਉਹ ਜਦੋਂ ਅਸੀਂ ਦਿਸ਼ਾ ਰਵੀ ਦੀ ਗੱਲ ਕਰਦੇ ਹਾਂ ਤੇ ਉਹਦਾ ਟ੍ਰਾਇਲ ਜਿਹੜਾ ਹੈ ਉਹ ਤਾਂ ਚੱਲਣਾ ਹੀ ਚੱਲਣਾ ਹੈ। ਉਹਦਾ ਸਾਰਾ ਕੁਛ ਜਿਹੜਾ ਹੈ ਇੰਟਰਨੈਟ 'ਤੇ ਵਿਸਣ ਡਿਆ। ਮੈਂ ਉਦੋਂ ਵੀ ਗੱਲ ਕੀਤੀ ਸੀ ਵੀ ਇਸ ਤੋਂ ਬਾਅਦ ਜਦੋਂ ਇਹ ਗੱਲ ਖਤਮ ਹੋ ਜਾਣੀ ਆ, ਅਗਲੇ ਨੇ ਘਰ ਜਾਣਾ, ਕੁਆਲਿਟੀ ਲਾਈਫ ਜੀਣੀ ਆ, ਕੱਲ੍ਹ ਨੂੰ ਸਮਾਜ ਵਿੱਚ ਵਿਚਰਨਾ ਆ, ਉਹ ਕੁੜੀ ਦਾ ਵਿਆਹ ਵੀ ਹੋਣਾ ਆ। ਤੇ ਇਹ ਲੋਕ ਸ਼ਾਇਦ ਇਹ ਨਹੀਂ ਸਮਝਦੇ ਕਿ ਜੋ ਇਹ ਕਰ ਰਹੇ ਨੇ
ਇਹ ਬਹੁਤ ਗਲਤ ਹੈ। ਮੈਂ ਉਸ ਦਿਨ ਰੀਆ ਚੱਕਰਵਰਤੀ ਦੇ ਨਾਲ ਜਿਹੜੀ ਸੁਸ਼ਾਂਤ ਮਰਡਰ ਦੇ ਕੇਸ ਦੇ ਵਿੱਚ ਜਿਹੜੀ ਕੁੜੀ ਫੜੀ ਸੀ, ਮੈਂ ਉਸ ਦੇ ਨਾਲ ਇਹਨੂੰ ਜੋੜਨ ਦੀ ਕੋਸ਼ਿਸ਼ ਕੀਤੀ ਸੀ ਕਿ ਸਰਕਾਰਾਂ ਇਹ ਨਹੀਂ ਸਮਝਦੀਆਂ ਕਿ ਕੱਲ੍ਹ ਨੂੰ ਕਿਸੇ ਨੇ ਨੋਰਮਲ ਲਾਈਫ ਦੇ ਵਿੱਚ ਦੁਬਾਰਾ ਵੀ ਜਾਣਾ ਹੈ, ਸ਼ਾਇਦ ਉਹ ਸਮਾਜ ਦੇ ਵਿੱਚ ਮੂੰਹ ਦਿਖਾਉਣ ਜੋਗਾ ਨਹੀਂ ਰਹਿੰਦਾ। ਹੁਣ ਜਦੋਂ ਆਪਾਂ ਗੁਰਮੁਖ ਸਿੰਘ ਦੀ ਗੱਲ ਕਰਦੇ ਹਾਂ ਤੇ ਗੁਰਮੁਖ ਸਿੰਘ ਰਾਤ ਨੂੰ ਨਹੀਂ ਸੌਂ ਪੈਂਦਾ। ਜੇ ਅਸੀਂ ਗੱਲ ਕੀਤੀ ਜਾਵੇ ਤਾਂ ਉਹਦੀ ਕਿਤੇ ਨਾ ਕਿਤੇ ਕੁਆਲਿਟੀ ਲਾਈਫ ਖਰਾਬ ਹੋ ਗਈ, ਬਰਬਾਦ ਹੋ ਗਈ। ਹਰ ਕਿਸੇ ਨੂੰ ਇੱਜ਼ਤ ਦਾ ਹੱਕ ਹੈ, ਚਾਹੇ ਤੁਹਾਡਾ ਕੋਈ ਵੀ ਜੈਂਡਰ ਆ, ਤੁਸੀਂ ਕਿਸੇ ਵੀ ਕਾਸਟ ਦੇ ਨਾਲ ਹੋ, ਕਿਸੇ ਵੀ ਸਮੂਹ ਦੇ ਨਾਲ ਸੰਬੰਧ ਰੱਖਦੇ ਹੋ, ਤੁਹਾਡਾ ਕੋਈ ਵੀ ਰੰਗ ਆ, ਤੁਸੀਂ ਕਿਸੇ ਵੀ ਧਰਮ 'ਚ ਯਕੀਨ ਰੱਖਦੇ ਹੋ, ਤੁਹਾਡੇ ਕੱਪੜੇ ਕਿੱਦਾਂ ਦੇ ਨੇ, ਪਰ ਸਭ ਤੋਂ ਪਹਿਲਾਂ ਜ਼ਰੂਰੀ ਇੱਕ ਇਨਸਾਨ ਦੇ ਲਈ ਹੁੰਦਾ ਹੈ ਸਨਮਾਨ। ਤੁਹਾਨੂੰ ਇੱਜ਼ਤ ਹੋਣੀ ਤੁਹਾਡੀ ਬਹੁਤ ਜ਼ਰੂਰੀ ਹੈ। ਤੁਸੀਂ ਕਿਸੇ ਦੇ ਘਰ ਕੰਮ ਕਰਨ ਜਾਓ, ਤੁਹਾਡੇ ਨਾਲ ਪਸ਼ੂਆਂ ਵਾਲਾ ਅਧਿਕਾਰ ਹੋ ਜਾਵੇ, ਪਸ਼ੂਆਂ ਵਾਲਾ ਹੱਲ ਹੋਵੇ, ਤਾਂ ਤੁਸੀਂ ਕਦੇ ਨਹੀਂ ਉਸ ਥਾਂ ਤੇ ਦੂਰੀ ਵਾਰ ਜਾਂਦੇ ਜਾਂ ਤੁਹਾਡੀ ਕੋਈ ਵੱਡੀ ਮਜਬੂਰੀ ਨਾ ਹੋਵੇ। ਜਿੱਦਣ ਤੁਹਾਡੀ ਉਹ ਮਜਬੂਰੀ ਖਤਮ ਹੋ ਜਾਂਦੀ ਹੈ, ਤੁਸੀਂ ਫਿਰ ਅਗਲੇ ਦੇ ਲੱਤ ਮਾਰ ਕੇ ਆਉਨੇ ਆ ਵੀ ਵਾਹ ਤੂੰ ਮੇਰੀ ਮਜਬੂਰੀ ਦਾ ਫਾਇਦਾ ਚੱਕਿਆ ਸੀਗਾ, ਆ ਪਿਆ ਤੇਰਾ ਸੰਦ ਤੇ ਆ ਪਿਆ ਤੇਰਾ ਕੰਮ ਤੇ ਮੈਂ ਚੱਲਾਂ। ਇਹ ਇੱਕ ਤਰੀਕੇ ਦੇ ਨਾਲ ਸਮਝਣ ਦੀ ਲੋੜ ਹੈ। ਇੱਦਾਂ ਦੇ ਬੜੇ ਗੁਰਮੁਖ ਸਿੰਘ ਨੇ ਜਿਹੜੇ ਜੇਲ੍ਹਾਂ ਦੇ ਵਿੱਚ ਹੱਲੇ ਵੀ ਡੱਕੇ ਹੋਏ ਨੇ, ਜਿਨ੍ਹਾਂ ਦੇ ਨਾਲ ਸ਼ਾਇਦ ਉਹ ਪਖਾਨੇ, ਜਦੋਂ ਉਹ ਪਖਾਨੇ ਦੀ ਗੱਲ ਕਰਦਾ ਹੈ ਕਿ ਪਖਾਨਾ ਇੱਦਾਂ ਭਰਿਆ ਸੀ ਉਤੋਂ ਤੱਕ ਕਿ ਮੈਨੂੰ ਜਦੋਂ ਮੈਂ ਖਾਣ ਲੱਗਦਾ ਸੀ ਮੈਨੂੰ ਉਲਟੀਆਂ ਆਉਂਦੀਆਂ ਸੀ, ਜਦੋਂ ਮੈਂ ਪਿਸ਼ਾਬ ਕਰਨਾ ਤੇ ਜਦੋਂ ਮੈਂ ਪਖਾਨਾ ਜਾਣਾ ਤੇ ਮੈਨੂੰ ਉਦੋਂ ਉਲਟੀਆਂ ਆਉਣੀਆਂ। ਇਹ ਇੱਕ ਆਪਣੇ ਆਪ ਦੇ ਵਿੱਚ ਇੱਕ ਮੰਦਭਾਗੀ ਘਟਨਾ ਹੈ। ਮੰਦਭਾਗੀ ਹੈ ਕਿ ਤੁਸੀਂ ਸੋਚ ਸਕਦੇ ਹੋ ਕਿ ਤੁਸੀਂ ਉਹ ਸੈਂਚਰੀ 'ਚ ਰਹਿ ਰਹੇ ਹੋ ਜਿੱਥੇ ਅਸੀਂ ਕਹਿੰਦੇ ਹਾਂ ਕਿ ਅਸੀਂ ਇੰਡੀਆ ਇੱਕ ਇਮਰਜਿੰਗ ਇਕੋਨਮੀ ਹੈ, ਹੋਵੇ ਚਾਹੇ ਨਾ ਹੋਵੇ, ਅਸੀਂ ਦਾਅਵਾ ਤਾਂ ਕਰਦੇ ਹਾਂ ਕਿ ਇਮਰਜਿੰਗ ਇਕੋਨਮੀ ਹੈ। ਇਸ ਇਮਰਜਿੰਗ ਇਕੋਨਮੀ ਨਾਲੋਂ ਤਾਂ ਫਿਰ ਸਾਡਾ ਉਹ ਪਿੰਡ ਚੰਗਾ ਜਿੱਥੇ ਕੋਈ ਗੱਲ ਹੁੰਦੀ ਆ ਬਈ ਅਸੀਂ ਬਹਿ ਕੇ ਸੁਲਝਾ ਲੈਂਦੇ ਸੀ। ਅਸੀਂ ਪੰਚਾਇਤ ਦੇ ਵਿੱਚ ਜਾਂਦੇ ਸੀ ਤਾਂ ਪੰਚਾਇਤ ਜਿਹੜੀ ਸੀ ਸਾਨੂੰ 5 ਮੈਂਬਰ ਜਿਹੜੇ 5 ਪਰਮੇਸ਼ਰ ਦਿੰਦੇ ਸੀਗੇ। ਹੁਣ ਐਡਾ ਵੱਧ ਕੇ ਜਿੱਥੇ ਸਾਡੇ ਕੋਲ ਇੱਕ ਮਾਡਰਨ ਸਿਸਟਮ ਹੈ, ਮਾਡਰਨ ਢਾਂਚਾ ਆ, ਵੀ ਜੇਲ੍ਹਾਂ ਆ, ਪੁਲਿਸ ਆ, ਇੱਕ ਅਧਿਕਾਰੀ ਆ, ਔਰ ਤੁਹਾਡੀ ਗੱਲ ਸੁਣੇ। ਜੇ ਤੁਹਾਡੀ ਗੱਲ ਹੀ ਨਾ ਸੁਣੇ ਤਾਂ ਫਿਰ ਉਹ ਕਹਿੰਦੇ ਨਾ ਹੁੰਦੇ ਕਿ ਇੱਦਾਂ ਦੇ ਮਹਿਲ ਮਨਾਰਿਆਂ ਦਾ ਕੀ ਫਾਇਦਾ ਜਿਨ੍ਹਾਂ ਦੇ ਵਿੱਚ ਲੋਕ ਹੀ ਨਹੀਂ ਵੱਸਦੇ। ਸੋ ਇਹ ਗੱਲ ਕਿਤੇ ਨਾ ਕਿਤੇ ਬਹੁਤ ਮੈਂ ਜਦੋਂ ਦੀ ਪੜ੍ਹੀ ਆ ਮੈਨੂੰ ਵੀ ਇੱਦਾਂ ਲੱਗਦਾ ਕਿ ਇੱਦਾਂ ਨਹੀਂ ਹੋਣਾ ਚਾਹੀਦਾ। ਔਰ ਮੈਨੂੰ ਲੱਗਦਾ ਕਿ ਹਰ ਹਸਾਸ ਬੰਦਾ ਜਿਹੜਾ ਇਸ ਘਟਨਾ ਦੇ ਨਾਲ ਵਾਕਿਫ ਹੋਊਗਾ ਉਹਨੂੰ ਵੀ ਲੱਗੂਗਾ ਕਿ ਇਹ ਗੱਲ ਬਹੁਤ ਘਾਤਕ ਕਰਨ ਵਾਲੀ ਹੈ। ਜੀ ਖੈਰ ਸਾਹਿਬ, ਤੁਸੀਂ ਗੱਲ ਕੀਤੀ 5 ਪੰਚਾਂ ਦੀ, ਤੇ ਮੈਂ ਕਹਿੰਦਾ ਵਾਕਈ ਉਹ ਸਮਾਂ ਵਾਕਈ ਬੜਾ ਪਿਆਰਾ ਸੀਗਾ। ਹਾਲੇ ਵੀ ਪਿੰਡਾਂ ਵਿੱਚ ਜਦੋਂ ਕੋਈ ਵੀ ਗੱਲ ਹੁੰਦੀ ਹੈ ਤੇ 5 ਪੰਚ ਜਿਹੜੇ ਨੇ ਆਪਣੀ ਆਪਣੀ ਰਾਏ ਦਿੰਦੇ ਨੇ ਐਂਡ ਬੜਾ ਮਿਲਵਾ ਜੁਲਵਾ ਜਾਂ ਬੜਾ ਵਧੀਆ ਜਿਹਾ ਫੈਸਲਾ ਜਿਹੜਾ ਹੈ ਵਿਚਕਾਰਲਾ ਰਾਹ ਕੱਢਣ ਦੀ ਕੋਸ਼ਿਸ਼ ਕਰਦੇ ਨੇ। ਪਰ ਜੇਕਰ ਸਰਕਾਰਾਂ ਦੀ ਗੱਲ ਕਰੀਏ ਤਾਂ ਜਿਵੇਂ ਹੁਣ ਤੁਸੀਂ ਗੱਲ ਕੀਤੀ ਕਿ ਦਿਸ਼ਾ ਰਵੀ ਦੀ ਹਰ ਇੱਕ ਚੀਜ਼ ਜਿਹੜੀ ਹੈ ਜਨਤਕ ਕੀਤੀ ਜਾ ਰਹੀ ਹੈ, ਉਹਦੇ ਵਿੱਚ ਨੂੰ ਚੰਗੀਆਂ ਧੂਮਾਂ ਮਚਾਈਆਂ ਜਾ ਰਹੀਆਂ ਨੇ। ਗੱਲ ਭਾਵੇਂ ਛੋਟੀ ਹੋਵੇ ਵੱਡੀ ਹੋਵੇ, ਉਸ ਨੂੰ ਬੜਾ ਵੱਡਾ ਚੌੜਾ ਕਰਕੇ ਦਿਖਾਇਆ ਜਾ ਰਿਹਾ। ਪਰ ਸੇਮ ਟਾਈਮ ਤੇ ਜਿਹੜੇ ਆਪਣੇ ਬੀਜੇਪੀ ਦੀ ਜਿਹੜੀ ਯੂਥ ਦੀ ਪਮੇਲਾ ਗੋਸਵਾਮੀ, ਜਿਹਨਾਂ ਨੂੰ ਪਿਛਲੇ 2-3 ਦਿਨ ਪਹਿਲਾਂ ਉਹਨਾਂ ਨੂੰ ਬੰਗਾਲ ਦੇ ਵਿੱਚ ਉਹਨਾਂ ਨੂੰ 100 ਗ੍ਰਾਮ ਕੋਕੇਨ ਦੇ ਨਾਲ ਫੜਿਆ ਗਿਆ, ਉਹਨਾਂ ਬਾਰੇ ਕੋਈ ਚਰਚਾ ਵੀ ਨਹੀਂ ਹੋ ਰਹੀ। 100 ਗ੍ਰਾਮ ਕੋਕੇਨ ਦੀ ਸੀ ਗੱਲ ਕੀਤੀ ਹੈ, ਹੁਣ ਅਸੀਂ 100 ਰੁਪਏ ਲੀਟਰ ਤੇਲ ਦੀ ਗੱਲ ਵੀ ਕਰ ਲਈਏ ਕਿ 100 ਤੋਂ ਵੱਧ ਜਿਹੜਾ ਲੀਟਰ ਤੇਲ ਹੋ ਚੁੱਕਿਆ, ਉਹਦੇ ਬਾਰੇ ਵੀ ਚਰਚਾ ਨਹੀਂ ਹੋ ਰਹੀ। ਸੋ ਬੇਸਿਕਲੀ ਜਿਹੜੀ ਸਰਕਾਰਾਂ ਜਿਹੜੀਆਂ ਨੇ ਬਿਲਕੁਲ ਮੈਂ ਕਹਿੰਦਾ ਪੂਰੇ ਪ੍ਰੋਪੇਗੈਂਡਾ ਸੈੱਟ ਕੀਤਾ ਹੋਇਆ। ਉਹਨਾਂ ਨੇ ਵੀ, ਗੋਦੀ ਮੀਡੀਆ ਨੇ ਵੀ, ਜਿਹੜੇ ਸੋਸ਼ਲ ਮੀਡੀਆ ਦੇ ਜਿਹੜੇ ਕਾਫੀ ਸਾਰੇ ਟਰੋਲ ਪੇਜਿਸ ਨੇ ਉਹਨਾਂ ਨੇ ਵੀ, ਕਿ ਲੋਕਾਂ ਦਾ ਧਿਆਨ ਬਸ ਨਾ ਹੋਰ ਇੱਧਰ ਉੱਧਰ ਦੇ ਮਸਲਿਆਂ ਵੱਲ ਆਪਾਂ ਉਲਝਾ ਦਈਏ, ਲੋਕਾਂ ਨੂੰ ਜਿਹੜਾ ਅਸਲੀ ਮਸਲਾ ਹੈ ਉਹਦੇ ਉੱਪਰ ਗੱਲ ਕਰਨ ਦਈਏ ਹੀ ਨਾ। ਪਰ ਜਿਵੇਂ ਜਿਵੇਂ ਹੁਣ ਲੋਕਾਂ ਦਾ ਇਕੱਠ ਆਪਾਂ ਦੇਖ ਰਹੇ ਹਾਂ, ਇੰਨਾ ਹਜੂਮ ਜਿਹੜਾ ਇਕੱਠਾ ਹੋ ਰਿਹਾ। ਹੁਣ ਅਸੀਂ ਗੱਲ ਕਰਦੇ ਹਾਂ ਖੈਰ ਸਾਹਿਬ ਬਰਨਾਲੇ ਦੀ। ਬਰਨਾਲੇ ਦੇ ਵਿੱਚ ਜਿਹੜੀ ਕਿਸਾਨ ਰੈਲੀ ਹੁੰਦੀ ਹੈ, ਕਿੰਨਾ ਵੱਡਾ ਇਕੱਠ, ਐਂਡ ਜਿਹੜੇ ਲੋਕ ਨੇ ਉਹ ਦੱਸ ਰਹੇ ਨੇ ਕਿ 2 ਲੱਖ ਤੋਂ ਵੱਧ ਜਿਹੜੇ ਲੋਕ ਨੇ ਉੱਥੇ ਇਕੱਠੇ ਹੋਏ ਨੇ। ਐਂਡ ਸਭ ਤੋਂ ਮੇਨ ਗੱਲ ਆ ਰਹੀ ਕਿ ਇਸ ਪੂਰੇ ਰੈਲੀ ਦੇ ਵਿੱਚ 80,000 ਦੇ ਕੋਲ ਮਹਿਲਾਵਾਂ ਵੀ ਉੱਥੇ ਕਿਹਾ ਜਾ ਰਿਹਾ ਕਿ ਉੱਥੇ ਸ਼ਾਮਲ ਸਨ। ਸੋ ਇੰਨਾ ਵੱਡਾ ਇਕੱਠ ਕਿਸਾਨਾਂ ਦੇ, ਮੈਂ ਕਹਿੰਦਾ ਜਿੱਥੇ ਜਿੱਥੇ ਵੀ, ਚਾਹੇ ਮਹਾਪੰਚਾਇਤ ਹੋ ਰਹੀ ਹੈ, ਚਾਹੇ ਰੈਲੀ ਹੋ ਰਹੀ ਹੈ, ਜਾਂ ਕਿਤੇ ਵੀ ਜਿੱਥੇ ਕਿਸਾਨਾਂ ਦੇ ਹੱਕ ਵਿੱਚ ਆਵਾਜ਼ ਚੁੱਕੀ ਜਾ ਰਹੀ ਹੈ, ਉੱਥੇ ਲੋਕ ਜਿਹੜੇ ਨੇ ਭਾਵੇਂ ਕਿਸਾਨਾਂ ਨਾਲ ਸੰਬੰਧ ਰੱਖਦੇ ਨੇ ਭਾਵੇਂ ਨਹੀਂ ਰੱਖਦੇ ਨੇ, ਉੱਥੇ ਜਾ ਕੇ ਸਰਕਾਰਾਂ ਦੇ ਖਿਲਾਫ ਆਪਣੀ ਆਵਾਜ਼ ਜਿਹੜੀ ਨੇ ਉਹ ਤਾਂ ਚੱਕ ਰਹੇ ਨੇ। ਦੇਖੋ, ਐਡਾ ਮੁਲਕ ਜੁੜਨਾ ਕਿਤੇ ਇਹ ਬਹੁਤ ਵੱਡੀ ਗੱਲ ਆ ਆਪਣੇ ਆਪ ਦੇ ਵਿੱਚ। ਅਸੀਂ ਜਗਰਾਵਾਂ ਦੀ ਰੋਸ਼ਨੀ ਦੀ ਗੱਲ ਕਰਦੇ ਹਾਂ ਤਾਂ ਫਿਰ ਉਸ ਦਿਨ ਜਗਰਾਵਾਂ ਦੀ ਰੈਲੀ ਦੀ ਵੀ ਗੱਲ ਕੀਤੀ। ਹੁਣ ਜਗਰਾਵਾਂ ਤੋਂ ਬਾਅਦ ਅਸੀਂ ਬਰਨਾਲੇ ਅੱਜ ਗਏ ਤੇ ਬਰਨਾਲੇ ਐਡਾ ਜ਼ਿਆਦਾ ਰਸ਼ ਹੋਣਾ, ਇਹ ਕਹਿ ਲਓ ਕਿ ਸਰਕਾਰਾਂ ਦੇ ਖਿਲਾਫ ਲੋਕੀ ਇਕਜੁੱਟ ਹੋ ਕੇ ਖੜ ਚੁੱਕੇ ਨੇ। ਕਿਤੇ ਨਾ ਕਿਤੇ ਸਰਕਾਰਾਂ ਨੂੰ ਇਹ ਲੱਗਦਾ ਸੀ ਕਿ ਇਹ ਉਹ ਲੋਕ ਨੇ ਜਿਹੜੇ ਇੱਕ ਮਨੁੱਖੀ ਜਿਹੜੀ ਇੱਕ ਹੁੰਦੀ ਨਾ ਫਿਤਰਤ, ਕਿ ਅਸੀਂ 2 ਦਿਨ ਬੈਠਦੇ ਹਾਂ, 3 ਦਿਨ ਬੈਠਦੇ ਹਾਂ, ਮਹੀਨਾ ਬੈਠਦੇ ਹਾਂ, 2 ਮਹੀਨੇ ਬੈਠਦੇ ਹਾਂ ਤੇ ਫਿਰ ਉੱਠ ਕੇ ਚਲੇ ਜਾਂਦੇ ਹਾਂ, ਕਿ ਇਹ ਵੀ ਉਹੀ ਫਿਤਰਤ ਦੇ ਮਾਲਕ ਹੋਣਗੇ, ਇਹ ਚਲੇ ਜਾਣਗੇ। ਪਰ ਕਿਤੇ ਨਾ ਕਿਤੇ ਇਹ ਸ਼ਾਇਦ ਸਰਕਾਰਾਂ ਵੀ ਭੁੱਲ ਗਈਆਂ ਸੀਗੀਆਂ, ਔਰ ਜਿਹੜੇ ਲੋਕ ਚਾਹੁੰਦੇ ਸੀਗੇ ਕਿ ਵੀ ਇਹ ਕਿਤੇ ਨਾ ਕਿਤੇ ਉੱਠ ਕੇ ਚਲੇ ਜਾਣ, ਉਹ ਵੀ ਇਹ ਭੁੱਲ ਗਏ ਸੀ ਕਿ ਇਹ ਉਹਨਾਂ ਲੋਕਾਂ ਦੇ ਵਾਰਿਸ ਨੇ ਜਿਹੜੀ ਮਾਈ ਸੁੰਦਰੀ ਹੈ, ਮਾਈ ਭਾਗੋ ਹੈ, ਔਰ ਇਹਨਾਂ ਦੇ ਜਿਹੜੇ ਵੱਡੇ ਗੱਲ ਕਹਿ ਲਓ ਮਹਾਰਾਜਾ ਰਣਜੀਤ ਸਿੰਘ ਹੋਣਾ ਵਰਗੇ, ਜਿਨ੍ਹਾਂ ਨੇ ਪੂਰੇ ਪੰਜਾਬ ਨੂੰ ਕੁਝ ਸਰਹੱਦਾਂ ਜਿਹੜੀਆਂ ਸੀ ਉਹ ਪਤਾ ਨਹੀਂ ਕਿੱਥੋਂ ਤੱਕ ਲੈ ਗਏ ਸੀਗੇ। ਇਹ ਨਾ ਤੇ ਉੱਠਣ ਵਾਲੇ ਨੇ ਨਾ ਤੇ ਥੱਕਣ ਵਾਲੇ ਨੇ। ਰਾਕੇਸ਼ ਟਕੈਤ ਦੀਆਂ ਮੈਨੂੰ ਬਹੁਤ ਸੋਹਣੀਆਂ ਗੱਲਾਂ ਲੱਗਦੀਆਂ। ਉਹ ਬਾਰ-ਬਾਰ ਇਹ ਕਹਿੰਦੇ ਸੀ ਕਿ ਸਰਕਾਰ ਸਾਨੂੰ ਹੰਭਾਉਣਾ ਚਾਹੁੰਦੀ ਹੈ, ਔਰ ਅਸੀਂ ਸਰਕਾਰ ਨੂੰ ਕਹਿੰਦੇ ਹਾਂ ਕਿ ਅਸੀਂ ਹੰਭਣਾ ਨਹੀਂ। ਕੱਲ੍ਹ ਜਦੋਂ ਬਰਨਾਲੇ ਰੈਲੀ ਹੁੰਦੀ ਹੈ ਤੇ ਰਾਜੇਵਾਲ ਸਾਹਿਬ ਨੇ ਬੋਲਦਿਆਂ ਹੋਇਆ ਕਿਹਾ ਵੀ ਦੇਖੋ ਗੱਲ ਹੈਗੀ ਇੱਦਾਂ, ਸਰਕਾਰ ਜਿਹੜੀ ਹੈ ਉਹ ਬੜੇ ਹੁਣ ਡਿੱਗੇ ਹੋਏ ਸਤਰ ਤੱਕ ਆ ਗਈ ਹੈ। ਉਹ ਬਹੁਤ ਸਾਰੇ ਲੋਕਾਂ ਨੂੰ ਐਵੇਂ ਨਜਾਇਜ਼ ਸੈਡੀਸ਼ਨ ਪਾਉਣ ਡਈ ਹੈ।
UAPA ਪਾਉਣ ਡਈ ਹੈ ਔਰ ਅਸੀਂ ਇਸ ਚੀਜ਼ਾਂ ਤੋਂ ਡਰਨਾ ਨਹੀਂ ਹੈਗਾ। ਉਹਨਾਂ ਨੇ ਇਹ ਵੀ ਕਿਹਾ ਕਿ ਕਹਿੰਦੇ ਜੀ ਜਦੋਂ ਸਰਕਾਰ ਤੁਹਾਨੂੰ ਚੱਕ ਕਹਿੰਦੀ ਹੈ ਕਿ ਪੇਸ਼ ਹੋਵੋ, ਪੇਸ਼ ਨਹੀਂ ਹੋਣਾ, ਤੇ ਜਦੋਂ ਪਿੰਡ ਤੁਹਾਨੂੰ ਪੁਲਿਸ ਚੱਕਣ ਆਵੇ ਤਾਂ ਫਿਰ ਪੁਲਿਸ ਦਾ ਘਰਾਅ ਕਰ ਲਓ। ਔਰ ਇਸ ਤੋਂ ਇਲਾਵਾ ਉਹਨਾਂ ਨੇ ਇਹ ਵੀ ਗੱਲ ਕਹੀ ਕਿ ਤੁਸੀਂ ਟੁਕੜੀਆਂ ਬਣਾ ਕੇ ਜਿਹੜਾ ਹੈ 10-10 ਜਥੇ ਜਿਹੜੇ ਆ ਉਹ ਦਿੱਲੀ ਜ਼ਰੂਰ ਭੇਜੋ, ਕਿਉਂਕਿ ਹੁਣ ਦੋਨੇ ਬੰਨੇ ਅਸੀਂ ਲੜਾਈ ਜਿੱਤਣੀ ਆ। ਇੱਕ ਤਾਂ ਤੁਸੀਂ ਆਪਣੇ ਪਿੰਡ ਲੜਾਈ ਜਿੱਤਣੀ ਆ, ਦੂਸਰੀ ਤੁਸੀਂ ਲੜਾਈ ਜਿੱਤਣੀ ਆ ਆਪਣੀ ਦਿੱਲੀ ਦੇ ਵਿੱਚ। ਸੋ ਇੱਕ ਮੈਨੂੰ ਲੱਗਦਾ ਕਿ ਇਹ ਬਹੁਤ ਜੋਸ਼ ਫੂਕਣਾ ਵੀ ਬਹੁਤ ਵੱਡੀ ਗੱਲ ਹੁੰਦੀ ਹੈ, ਕਿਉਂਕਿ ਮੈਨੂੰ ਉਹ ਦਿਨ ਯਾਦ ਵੀ ਆਉਂਦੇ ਆ ਜਦੋਂ ਸਾਡੇ ਵੱਡੇ ਕਹਿੰਦੇ ਹੁੰਦੇ ਸੀ ਕਿ ਜਦੋਂ ਮਹਾਰਾਜਾ ਰਣਜੀਤ ਸਿੰਘ ਹੁਣੀ ਜਾਂ ਆਪਾਂ ਕਹਿ ਲਈਏ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਹੁਣੀ ਜਦੋਂ ਪਹਾੜੀ ਰਾਜਾ ਨਾਲ ਯੁੱਧ ਕਰਦੇ ਹੁੰਦੇ ਸੀਗੇ ਤੇ ਉਸ ਤੋਂ ਪਹਿਲਾਂ ਵਾਰਾਂ ਸੁਣਾਈਆਂ ਜਾਂਦੀਆਂ ਸੀ। ਉਹ ਵਾਰਾਂ ਇਦਾਂ ਦੀਆਂ ਸੀ ਕਿ ਜੋਸ਼ ਵਾਲੇ ਗੀਤ ਸੀਗੇ, ਉਹ ਫੂਕਿਆ ਜਾਂਦਾ ਸੀ ਜੋਸ਼ ਵੀ ਤੁਸੀਂ ਹੁਣ ਜਿਸ ਜਗ੍ਹਾ ਤੇ ਖੜੇ ਹੋ ਇਸ ਜਗ੍ਹਾ ਤੋਂ ਉੱਤੋਂ ਤੁਸੀਂ ਲੜਨਾ ਆ, ਲੜ ਕੇ ਹੀ ਤੁਸੀਂ ਜਾਣਾ ਆ, ਜਿੱਤ ਕੇ ਜਾਣਾ ਆ, ਜਿੱਤ ਤੁਹਾਡੀ ਯਕੀਨਨ ਆ। ਹੁਣ ਇਦਾਂ ਦਾ ਜੋਸ਼ ਜਿਹੜੇ ਨੇ ਇਸ ਟਾਈਮ ਸੰਯੁਕਤ ਮੋਰਚਾ ਭਰ ਰਿਹਾ, ਚਾਹੇ ਕੋਈ ਵੀ ਹੋਏ, ਚਾਹੇ ਮਲ ਸਿੰਘ ਹੁਣੀ ਹੋਣ, ਚਾਹੇ ਕੋਈ ਹੋਵੇ ਜਾਂ ਉਗਰਾਹਾਂ ਹੁਣੀ ਹੋਣ, ਜਾਂ ਰਾਜੇਵਾਲ ਹੁਣੀ ਹੋਣ, ਇਹ ਲਗਾਤਾਰ ਇਕਜੁੱਟ ਹੋਣ ਦੀ ਗੱਲ ਕਰਦੇ ਆ ਕਿ ਅਸੀਂ ਇਕੱਠੇ ਹੋ ਕੇ ਇਕੱਠੇ ਜਿਹੜੇ ਅੱਗੇ ਵਧਣਾ ਹੈ। ਕਿਉਂਕਿ ਦੇਖੋ ਇਕੱਲਾ ਤੇ ਕੋਈ ਵੀ ਨਹੀਂ ਜਿੱਤ ਸਕਦਾ, ਹਰ ਕਿਸੇ ਨੂੰ ਹਰ ਕਿਸੇ ਦਾ ਸਾਥ ਦੀ ਲੋੜ ਹੈ। ਔਰ ਜਦੋਂ ਅਸੀਂ ਪੰਜਾਬ ਦੀ ਗੱਲ ਕਰਦੇ ਹਾਂ ਔਰ ਜਦੋਂ ਤੁਸੀਂ ਸਰਕਾਰਾਂ ਨਾਲ ਮੱਥੇ ਲਾਉਂਦੇ ਹੋ ਤਾਂ ਫਿਰ ਤੁਹਾਨੂੰ ਇੱਕ ਬਹੁਤ ਵੱਡੇ ਸਾਥ ਦੀ ਲੋੜ ਹੁੰਦੀ ਹੈ, ਔਰ ਉਹ ਸਾਥ ਇੱਦਾਂ ਹੁੰਦਾ ਕਿ ਪੂਰੀ ਨਿਸ਼ਠਾ ਦੇ ਨਾਲ ਤੁਹਾਡਾ ਜੁੜਿਆ ਹੋਵੇ। ਸੋ ਇੱਦਾਂ ਦੀ ਨਿਸ਼ਠਾ ਜਿਹੜੀ ਹੈ ਉਹ ਰਾਕੇਸ਼ ਟਕੈਤ ਵੱਲੋਂ ਵੀ ਆ, ਉਹ UP ਵੱਲੋਂ ਵੀ ਕਹਿ ਲਈਏ ਹੈਗੀ ਆ, ਰਾਜਸਥਾਨ ਵੱਲੋਂ ਵੀ ਹੈਗੀ ਆ, ਉੱਤਰਾਖੰਡ ਵੱਲੋਂ ਵੀ ਹੈਗੀ ਆ, ਤੇ ਪੰਜਾਬ ਵੱਲੋਂ ਵੀ ਹੈਗੀ ਆ। ਕਿਤੇ ਨਾ ਕਿਸੇ ਮੇਰੇ ਨਾਲ ਕੱਲ ਕਿਸੇ ਨਾਲ ਗੱਲ ਹੁੰਦੀ ਸੀ, ਉਹ ਪੋਲੀਟੀਕਲ ਐਕਸਪਰਟ ਹੈ, ਤੇ ਮੈਂ ਉਹਨਾਂ ਨੂੰ ਕਿਹਾ ਵੀ ਸਰਕਾਰ ਕਿਵੇਂ ਕਰੂਗੀ, ਕਿਉਂਕਿ ਦੇਖੋ ਬਹੁਤ ਸਾਰੇ ਲੋਕ ਜਿਹੜੇ ਨੇ ਉਹ ਸ਼ਹੀਦ ਹੋ ਗਏ ਨੇ, ਇਹ ਗੱਲ ਕਿੱਥੇ ਬਣੂਗੀ। ਉਹ ਕਹਿੰਦੇ ਜੀ ਬੰਦੇ ਚਾਹੇ ਜਿੰਨੇ ਮਰਜ਼ੀ ਸ਼ਹੀਦ ਹੋ ਜਾਣ, ਜਦੋਂ ਸਰਕਾਰ ਨੂੰ ਲੱਗਿਆ ਕਿ ਸਾਡੀਆਂ ਇੰਨੀਆਂ ਵੋਟਾਂ ਚਲੇ ਗਈਆਂ ਨਾ, ਸਰਕਾਰ ਉਦੋਂ ਹੀ ਤਲਖ 'ਚ ਆਉਂਦੀ ਹੈ, ਉਦੋਂ ਹੀ ਉੱਠਦੀ ਹੈ ਤੇ ਉਦੋਂ ਹੀ ਕੋਈ ਐਕਸ਼ਨ ਲੈਂਦੀ ਹੈ। ਹਜੇ ਸਰਕਾਰ ਨੂੰ ਇਹ ਲੱਗਦਾ ਕਿ ਪੰਜਾਬ 'ਚੋਂ ਸਾਨੂੰ ਕੋਈ ਖਾਸ ਫਾਇਦਾ ਨਹੀਂ ਹੁੰਦਾ, ਪੰਜਾਬੀ ਜੇ ਇੰਨੇ ਪੂਰੇ ਹੋ ਵੀ ਗਏ ਆ ਤੇ ਸਾਨੂੰ ਕੋਈ ਫਰਕ ਨਹੀਂ, ਕਿਉਂਕਿ ਸਿਰਫ 2 ਸੀਟਾਂ ਸਾਡੇ ਕੋਲੇ ਪੰਜਾਬ 'ਚ ਆਉਂਦੀਆਂ। ਹੁਣ ਉਹਨਾਂ ਨੂੰ ਇਹ ਵੀ ਲੱਗਦਾ ਕਿ ਸਾਡਾ ਪੋਪੂਲਰ ਵੋਟ ਬੈਂਕ ਜਿਹੜਾ ਹੈ ਉਹ ਪੰਜਾਬ ਦੇ ਵਿੱਚ ਘਟ ਗਿਆ। ਔਰ ਪੰਜਾਬ ਦੇ ਜਦੋਂ ਅਸੀਂ ਪੋਪੂਲਰ ਵੋਟ ਬੈਂਕ ਦੀ ਗੱਲ ਕਰਦੇ ਹਾਂ, ਕਹਿੰਦੇ ਜੀ ਕੱਲ੍ਹ ਨੂੰ ਅਸੀਂ ਕੁਝ ਚੰਗਾ ਵੀ ਕਰ ਦਈਏ ਤੇ ਪੰਜਾਬੀਆਂ ਦੇ ਦਿਲਾਂ ਦੇ ਵਿੱਚ ਅਸੀਂ ਉਹ ਗੱਲ ਨਹੀਂ ਬਣਾ ਕੇ ਬਹਿਣੀ। ਪਰ ਹੁਣ ਫਰਕ ਉਦੋਂ ਪੈਣਾ ਜਦੋਂ UP ਦੀ ਗੱਲ ਆਉਣੀ ਆ, ਫਰਕ ਉਦੋਂ ਪੈਣਾ ਜਦੋਂ ਰਾਜਸਥਾਨ ਦੀ ਗੱਲ ਆਉਣੀ ਆ, ਫਰਕ ਉਦੋਂ ਪੈਣਾ ਜਦੋਂ ਉੱਤਰਾਖੰਡ ਦੀ ਗੱਲ ਆਉਣੀ ਆ। ਸੋ ਉਹੀ ਗੱਲ ਆ ਨਾ ਕਿ ਵੋਟਾਂ ਦਾ ਫਰਕ ਪੈਂਦਾ, ਨਾ ਕਿ ਆਮ ਲੋਕਾਂ ਦੇ ਮੁੱਦਿਆਂ ਦਾ ਫਰਕ ਪੈਂਦਾ, ਆਮ ਲੋਕਾਂ ਦਾ ਫਰਕ ਪੈਂਦਾ, ਆਮ ਲੋਕਾਂ ਦੀਆਂ ਲਾਸ਼ਾਂ ਦਾ ਫਰਕ ਪੈਂਦਾ। ਇਹਨਾਂ ਨੂੰ ਸਿਰਫ ਤੇ ਸਿਰਫ ਵੋਟਾਂ ਦੇ ਨਾਲ ਆ। ਜਿਵੇਂ ਆਪਾਂ ਕਹਿੰਦੇ ਹੁੰਦੇ ਕੋਈ ਮਰੇ ਕੋਈ ਜੀਵੇ, ਸੁਥਰਾ ਘੋਲ ਪਤਾਸੇ ਪੀਵੇ, ਉਹ ਜਦ ਤੱਕ ਵੋਟ ਦੀ ਗੱਲ ਜੁੜੀ ਹੋਈ ਆ ਫਿਰ ਉਹ ਵੋਟਾਂ ਦੀ ਗੱਲ ਕਰਦੇ ਨੇ। ਜੀ ਖੈਰ ਸਾਹਿਬ, ਤੁਸੀਂ ਨਾਮ ਲਿਆ ਹੁਣੇ FIR ਦਾ, ਤਾਂ ਵਾਕਈ FIR ਦਾ ਸਿਲਸਿਲਾ ਤਾਂ ਭਾਰਤ ਵਿੱਚ ਐਵੇਂ ਚੱਲ ਰਿਹਾ ਜਿਵੇਂ ਬਸ ਕਰੋਨਾ ਹੋਈ ਪਈ, ਇੱਦਾਂ ਹੀ FIR ਹੋਈ ਪਈ ਹੈ। ਤੇ ਕਾਫੀ ਸਾਰੇ ਲੋਕਾਂ ਦਾ ਕਹਿਣਾ ਹੈ ਕਿ ਬਈ FIR ਜਿਹੜੀ ਹੈ ਮਤਲਬ ਇੰਨੀ ਵੀ ਨਾ ਜ਼ਿਆਦਾ ਤੁਸੀਂ ਕਰ ਦੇਵੋ, ਰੈਂਡਮਲੀ ਹਰ ਇੱਕ ਬੰਦੇ ਨੂੰ ਤੁਸੀਂ FIR ਕਰ ਦੇਵੋ ਕਿ ਲੋਕਾਂ ਨੂੰ FIR ਤੋਂ ਡਰ ਲੱਗਣਾ ਬੰਦ ਹੋ ਜਾਵੇ। ਜੀ ਉਹ ਵਾਕਈ ਹੁਣ ਜੀ ਪਹਿਲਾਂ ਸੋਚਦੇ ਸੀ FIR ਹੋ ਗਈ, ਓਹੋ ਕਿਆ ਬਾਤ ਹੈ FIR ਹੋ ਗਈ, ਹੁਣ ਤਾਂ ਬਈ ਡਰਨਾ ਪੈਣਾ, ਹੁਣ ਲੁਕਣਾ ਪੈਣਾ, ਹੁਣ ਕੁਝ ਕਰਨਾ ਪੈਣਾ। ਪਰ ਅੱਜ ਕੱਲ੍ਹ ਤਾਂ ਹਰ ਦੂਜੇ ਬੰਦੇ ਦੇ ਉੱਪਰ ਕੋਈ ਨਾ ਕੋਈ FIR ਦਿੱਤੀ ਜਾ ਰਹੀ ਹੈ ਜਿਹੜਾ ਕਿ ਇਸ ਸਰਕਾਰ ਦੇ ਖਿਲਾਫ ਬੋਲਣ ਦੀ ਕੋਸ਼ਿਸ਼ ਕਰ ਰਿਹਾ। ਹੁਣ ਮੈਂ ਇੱਥੇ ਨਾਮ ਲਵਾਂਗਾ ਸ਼ਿਆਮ ਰੰਗੀਲਾ, ਜੋ ਕਿ ਕਮੇਡੀਅਨ ਨੇ, ਜੋ ਕਿ ਮੋਦੀ ਹੋਣਾ ਦੀ ਬੜੀ ਬਾਖੂਬੀ ਜਿਹੜੀ ਮਿਮਿਕਰੀ ਕਰਦੇ, ਉਹਨਾਂ ਦੀ ਆਵਾਜ਼ ਕਰਦੇ ਨੇ ਤੇ ਕਾਫੀ ਜਿਹੜੇ ਸ਼ੋਅਸ ਨੇ ਉਹ ਲਗਾਉਂਦੇ ਨੇ ਬਸ ਮੋਦੀ ਹੋਣਾ ਦੀ ਆਵਾਜ਼ ਕੱਢ ਕੇ। ਉਹਨਾਂ ਨੇ ਕੀ ਕੀਤਾ, ਪਿਛਲੇ ਕੁਝ ਕੁ ਦਿਨ ਪਹਿਲਾਂ ਉਹਨਾਂ ਨੇ ਰਾਜਸਥਾਨ ਦੇ ਇੱਕ ਪੈਟਰੋਲ ਪੰਪ ਤੋਂ ਬਾਹਰ ਖੈਰ ਸਾਹਿਬ ਉਹਨਾਂ ਨੇ ਆਪਣੀ ਇੱਕ ਵੀਡੀਓ ਬਣਾਈ ਜਿੱਥੇ ਉਹਨਾਂ ਨੇ ਦੱਸਿਆ ਕਿ ਪੈਟਰੋਲ ਪੰਪ ਤੇ ਜਿਹੜਾ ਪੈਟਰੋਲ ਦਾ ਜਿਹੜਾ ਪ੍ਰਾਈਸ ਹੈ ਉਹ 100 ਤੋਂ ਵੱਧ ਟੱਪ ਗਿਆ ਤੇ ਡੀਜ਼ਲ ਵੀ ਪਿੱਛੇ ਤੁਰਿਆ ਆਉਂਦਾ ਤੇ ਡੀਜ਼ਲ ਵੀ ਸ਼ਾਇਦ 100 ਰੁਪਇਆ ਹੋ ਜਾਵੇ। ਉਹਨਾਂ ਨੇ ਕਾਮੇਡੀ ਕੀਤੀ, ਜੋ ਕਿ ਕਮੇਡੀਅਨ ਦਾ ਕੰਮ ਹੈ। ਸੋ ਉਹਨਾਂ ਨੇ ਕਾਮੇਡੀ ਕੀਤੀ, ਵੀਡੀਓ ਪੋਸਟ ਕਰ ਦਿੱਤੀ, ਜਿਸ ਤੋਂ ਬਾਅਦ ਹੁਣ ਉਹਨਾਂ ਦੇ ਉੱਪਰ FIR ਦੀ ਗੱਲ ਚੱਲ ਰਹੀ ਹੈ ਜੀ ਕਿ ਹੁਣ ਉਹਨਾਂ ਤੇ ਵੀ FIR ਹੋਵੇਗੀ ਜੀ। ਕਿਉਂ? ਜੇ ਤੁਸੀਂ ਜੀ ਵੀਡੀਓ ਬਣਾਈ ਹੈ ਜੀ, ਕਾਹਦੀ? ਜੇ ਪੈਟਰੋਲ ਦਾ ਰੇਟ ਦੱਸਿਆ ਜੀ, ਕਿਉਂ ਦੱਸਿਆ? ਜੇ ਤੁਸੀਂ ਪੈਟਰੋਲ ਪੰਪ ਦੇ ਮਾਲਕ ਨੂੰ ਨਹੀਂ ਦੱਸਿਆ, ਜਦ ਕਿ ਉਹਨਾਂ ਨੂੰ ਵੀ ਦੱਸਿਆ, ਉਹਨਾਂ ਨੇ ਵੀਡੀਓ ਦਿੱਤੀ ਐਕਸਪਲੇਨੇਸ਼ਨ ਦੀ ਕਿ ਮੈਂ ਤਾਂ ਹਰ ਇੱਕ ਪਰਮਿਸ਼ਨ ਲੈ ਕੇ ਹੀ ਵੀਡੀਓ ਬਣਾਈ ਸੀਗੀ, ਬਸ ਕਿਉਂਕਿ ਪੈਟਰੋਲ ਪੰਪ ਨੂੰ ਜਿਹੜੀ ਪੈਟਰੋਲ ਕੰਪਨੀ ਸੀਗੀ ਉਹਨਾਂ ਨੇ ਅਲਟੀਮੇਟਮ ਦੇ ਦਿੱਤਾ ਕਿ ਤੁਹਾਡਾ ਪੈਟਰੋਲ ਸੀ ਬੰਦ ਕਰਨ ਜਾ ਰਹੇ ਕਿਉਂਕਿ ਤੁਹਾਡੇ ਪੈਟਰੋਲ ਪੰਪ ਦੇ ਉੱਪਰ ਵੀਡੀਓ ਬਣੀ ਹੈ। ਮਤਲਬ ਤੁਸੀਂ ਮਾਹੌਲ ਦੇਖ ਰਹੇ ਹੋ, ਤੁਸੀਂ ਜਿਹੜੀ ਪੂਰੀ ਸਿਸਟਮ ਸਮਝਣ ਦੀ ਕੋਸ਼ਿਸ਼ ਕਰੋ ਕਿ ਇੱਕ ਬੰਦੇ ਨੇ ਸਿੰਪਲੀ ਵੀਡੀਓ ਬਣਾਈ ਹੈ ਕਿ ਤੇਲ ਬੜਾ ਵੱਧ ਗਿਆ। ਹੁਣ ਕੀ ਜਿੱਥੇ ਜਾ ਕੇ ਅਸੀਂ ਤੇਲ ਪਵਾਉਂਦੇ ਆ, ਅਸੀਂ ਕੀ ਉੱਥੇ ਕੁਝ ਫੋਟੋ ਵੀ ਨਹੀਂ ਖਿੱਚ ਸਕਦੇ, ਅਸੀਂ ਕੁਝ ਦਿਖਾ ਵੀ ਨਹੀਂ ਸਕਦੇ ਕਿ ਦੇਖੋ ਜੀ ਤੇਲ ਕਿੰਨਾ ਵੱਧ ਗਿਆ। ਯਾਨੀ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਅਗਰ ਕੋਈ ਆਮ ਬੰਦਾ ਆਪਣਾ ਰੋਸ ਪ੍ਰਗਟ ਕਰਨ ਦੀ ਕੋਸ਼ਿਸ਼ ਕਰ ਰਿਹਾ ਤੇ ਉਹਦੇ ਉੱਪਰ ਵੀ FIR ਹੋ ਰਹੀ ਹੈ, ਜੋ ਕਿ ਮੈਂ ਕਹਿੰਦਾ ਬੜੀ ਮਾੜੀ ਗੱਲ ਹੈ। ਸੋ ਅਸੀਂ ਉਸ ਤੋਂ ਪਹਿਲਾਂ ਹੁਣੇ ਖੈਰ ਸਾਹਿਬ ਗੱਲ ਕਰ ਰਹੇ ਸੀ ਕਿ ਬਰਨਾਲਾ ਰੈਲੀ ਦੀ, ਤੇ ਵਾਕਈ ਬੜਾ ਵੱਡਾ ਹਜੂਮ ਇਕੱਠਾ ਹੁੰਦਾ ਹੈ, ਪਰ ਉੱਥੇ ਬਸ਼ਰਮ ਸਰਕਾਰਾਂ ਕੀ ਕਹਿ ਰਹੀਆਂ ਨੇ। ਜਿਹੜੇ ਸਾਡੇ ਦੇਸ਼ ਦੇ ਖੇਤੀਬਾੜੀ ਮੰਤਰੀ ਨੇ ਨਰਿੰਦਰ ਸਿੰਘ ਤੋਮਰ, ਉਹਨਾਂ ਦਾ ਕੀ ਬਿਆਨ ਆਉਂਦਾ ਹੈ, ਕਹਿੰਦੇ ਭੀੜ ਇਕੱਠੀ ਕਰਨ ਦੇ ਨਾਲ ਜਿਹੜੇ ਕਾਨੂੰਨ ਨੇ ਉਹ ਰੱਦ ਨਹੀਂ ਹੋਇਆ ਕਰਦੇ। ਸੋ ਬਸ਼ਰਮੀ ਦਾ ਹੱਦ ਦੇਖੋ। ਉਹੀ ਸਰਕਾਰ ਹੈ ਜਦੋਂ ਓਪੋਜੀਸ਼ਨ ਵਿੱਚ ਸੀਗੀ ਤਾਂ ਕਿਵੇਂ ਕੱਪੜੇ ਲਾ ਕੇ ਅੱਧੇ ਨੰਗੇ ਹੋ ਕੇ
ਕਿਵੇਂ ਪ੍ਰਦਰਸ਼ਨ ਕਰਦੇ ਸੀਗੇ, ਕਿਵੇਂ ਅੰਦੋਲਨ ਕਰਦੇ ਸੀਗੇ, ਤੇ ਇਹਨਾਂ ਦਾ ਆਪਣਾ ਤਾਂ ਇਕੱਠ ਤੇ ਕੁਝ ਵੀ ਨਹੀਂ ਹੁੰਦਾ ਸੀ ਖਹਿਰਾ ਸਾਹਿਬ। ਬਸ ਇਹਨਾਂ ਦਾ ਗੋਦੀ ਮੀਡੀਆ ਸ਼ੁਰੂ ਤੋਂ ਇਹਨਾਂ ਦੇ ਮਿਹਰਬਾਨ ਰਿਹਾ, ਇਹਨਾਂ ਦੇ ਆਪਣੀ ਕੋਈ ਬਹੁਤੀ ਕੋਈ ਇਹਨਾਂ ਦੀ ਕੋਈ ਸਾਂਠ ਗਾਂਠ ਕਹਿ ਲਓ। ਪਰ ਤੁਸੀਂ ਕਿਸੇ ਅੰਦੋਲਨ ਨੂੰ ਕਿੱਥੋਂ ਤੱਕ ਤੁਸੀਂ, ਮੈਂ ਕਹਿੰਦਾ ਉਹਨਾਂ ਨੂੰ ਮਾੜਾ ਬੋਲ ਸਕਦੇ ਹੋ? ਕਦੀ ਉਹਨਾਂ ਨੂੰ ਕੁਝ ਕਹਿਤਾ, ਕਦੀ ਕੁਝ ਕਹਿਤਾ। ਹੁਣ ਜੇ ਅਗਲੇ ਬੰਦੇ ਕੋਸ਼ਿਸ਼ ਕਰ ਰਹੇ ਨੇ, ਪੂਰਾ ਜ਼ੋਰ ਦਿਖਾ ਰਹੇ ਨੇ, ਤੁਸੀਂ ਉਹਨਾਂ ਨੂੰ ਐਕਨੋਲੋਜੀ ਨਹੀਂ ਕਰ ਰਹੇ, ਸਿੱਧਾ ਕਹਿੰਦੇ ਕਿ ਲਈ ਐਦਾਂ ਤਾਂ ਨਹੀਂ ਰੱਦ ਹੁੰਦੇ। ਯਾਨੀ ਕਿ ਜਿਹੜੇ ਤੋਮਰ ਸਾਹਿਬ ਜਿਹੜੇ ਸ਼ੁਰੂ ਤੋਂ ਹੀ, ਮੈਂ ਕਹਿੰਦਾ 1% ਵੀ ਨਹੀਂ ਲੱਗਦਾ ਕਿ ਤੁਸੀਂ ਖੇਤੀਬਾੜੀ ਮੰਤਰੀ ਹੋ। ਤੁਸੀਂ ਗੱਲ-ਗੱਲ ਤੇ ਟੋਂਟ ਮਾਰ ਦੇਣੀ, ਗੱਲ-ਗੱਲ ਤੇ ਹੱਸ ਕੇ ਦਿਖਾ ਦੇਣਾ, ਤੁਹਾਨੂੰ ਪੂਰਾ ਫਰਕ ਹੀ ਨਹੀਂ, ਕੋਈ ਜੀਏ ਕੋਈ ਮਰੇ। ਤੁਸੀਂ ਕਾਹਦੇ ਕਿਸਾਨ ਮੰਤਰੀ, ਤੁਸੀਂ ਕਾਹਦੇ ਖੇਤੀਬਾੜੀ ਮੰਤਰੀ ਹੋ? ਅੱਛਾ, ਹੁਣ ਇਦਾਂ ਲੱਗਦਾ ਹੈ ਕਿ ਦੇਸ਼ ਧਰੋਹ ਤੇ UAPA ਆਮ ਹੋ ਗਿਆ। ਸਰਕਾਰਾਂ ਕਿਤੇ ਨਾ ਕਿਤੇ ਡਰ ਪਾਉਣ ਦੀ ਕੋਸ਼ਿਸ਼ ਕਰਦੀਆਂ ਜੀ। ਜਦੋਂ ਕਹਿੰਦੇ ਹੁੰਦੇ ਨਾ ਕਿਸੇ ਸਾਧ ਦੇ ਡੇਰੇ ਜਾਓ ਤੇ ਸਾਧ ਆਪਣੀ ਧੌਂਸ ਜਮਾਉਣ ਦੇ ਲਈ ਨਾ ਪਹਿਲਾਂ ਇਦਾਂ ਕਰਦਾ ਕਿ ਤੁਹਾਨੂੰ ਉੱਥੇ ਜਿਹੜੇ ਭਗਤ ਹੁੰਦੇ ਆ, ਜਿਹੜੇ ਗੇਟ ਤੇ ਖੜੇ ਹੁੰਦੇ ਮੇਨ ਗੇਟ ਤੇ, ਉਹ ਰੋਕ ਕੇ ਕਹਿੰਦੇ ਆ ਜੀ ਨਹੀਂ ਨਹੀਂ ਜੀ ਬਾਬਾ ਜੀ ਕਹਿੰਦੇ ਨੇ ਆਪਣੇ ਫੋਨ ਸਵਿਚ ਆਫ ਕਰ ਲਓ। ਫਿਰ ਉੱਥੋਂ ਤੁਸੀਂ ਅੱਗੇ ਜਾਂਦੇ ਆ ਤੇ ਅਗਲਾ ਕਹਿੰਦਾ ਜੀ ਨਹੀਂ, ਜੇ ਤੁਸੀਂ ਕਿਤੇ ਪਹਿਲਾਂ ਚੈਨ ਪਾਈ ਹੈ, ਘੜੀ ਲਾਈ ਹੈ, ਤੇ ਉਹ ਵੀ ਲਾ ਕੇ ਜਾਣੀ ਆ। ਬਾਬਾ ਜੀ ਕਹਿੰਦੇ ਜੀ ਇਹਦੇ ਨਾਲ ਵਿਘਨ ਆਉਂਦਾ ਆ। ਫਿਰ ਤੀਸਰੇ ਕਾਊਂਟਰ ਤੇ ਉਹ ਕਹਿ ਦਿੰਦੇ ਆ ਜੀ ਜੇ ਤੁਸੀਂ ਬਾਬਾ ਨੂੰ ਪਰਸਨਲ ਮਿਲਣਾ ਤੇ ਆਪਣਾ ਫੋਨ ਜਮ੍ਹਾਂ ਕਰਾ ਦਿਓ, ਆਪਣਾ ਵਾਲਟ ਜਮ੍ਹਾਂ ਕਰਾ ਦਿਓ, ਕੁਝ ਨਹੀਂ ਲੈ ਕੇ ਜਾਣਾ, ਮੋਕਸ਼ ਮਾਇਆ ਜਿਹੜੀ ਉਹ ਬਾਹਰ ਰੱਖ ਜਾਣੀ ਆ। ਹੁਣ ਐਦਾਂ ਦਾ ਡਾਰੀ ਪੇਜ ਜਿਹੜਾ ਹੈ ਉਹ ਇੱਥੇ ਕੀਤਾ ਜਾਂਦਾ ਜੀ। ਮੰਤਰੀ ਤਾਂ ਫਲਾਨੀ ਚੀਜ਼ ਕਹਿੰਦਾ, ਮੰਤਰੀ ਕਹਿੰਦਾ ਜੀ ਭੀੜ ਦੇ ਨਾਲ ਮਸਲੇ ਹੱਲ ਨਹੀਂ ਹੁੰਦੇ। ਭੀੜੇ ਭਲਾ ਕਿਹਨੂੰ ਕਹਿੰਦੇ ਨੇ? ਤੁਸੀਂ ਲਿਆਓ ਇਹ ਸੰਯੁਕਤ ਮੋਰਚੇ ਨੂੰ ਭੀੜ ਕਹਿੰਦੇ ਨੇ। ਇਹਨਾਂ ਦਾ ਮਸਲਾ ਤਾਂ ਸ਼ੁਰੂ ਤੋਂ ਇਹ ਸੀ ਕਿ 5 ਜਣੇ ਆਉਣਗੇ, 5 ਜਣਿਆਂ ਦੇ ਉੱਤੇ ਪ੍ਰੈਸ਼ਰ ਮਾਊਂਟ ਹੋ ਜਾਊਗਾ ਤੇ ਇਹ ਗੱਲਬਾਤ ਨਿਬੜ ਜਾਊਗੀ। ਹੁਣ ਉਹ ਜਾਂਦੇ ਕਿੰਨੇ ਜਣੇ ਆ? ਉਹ ਜਾਂਦੇ ਆ 32। ਤੁਸੀਂ ਲੈ ਲਓ ਕਿ ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਤੇ ਬਾਕੀ ਉਹ ਲੈ ਲਓ ਤੇ 40 ਕਿਸਾਨ ਜਥੇਬੰਦੀਆਂ ਉੱਥੇ ਜਾਂਦੀਆਂ। ਉਹ 40 ਦੇ ਵਿੱਚੋਂ ਜੇ 40 ਦਾ ਇੱਕ ਵੀ ਨੁਮਾਇੰਦਾ ਲਾ ਲਈਏ ਤੇ 40 ਲੋਕ ਜਿਹੜੇ ਨੇ ਉਹ ਹਰ ਵਾਰ ਮੀਟਿੰਗ ਦੇ ਵਿੱਚ ਬੈਠਦੇ ਨੇ। ਹੁਣ ਇਹ ਭੀੜ ਕਹਿੰਦੇ ਉਹਨਾਂ 40 ਲੋਕਾਂ ਨੂੰ। ਤੁਸੀਂ 130 ਕਰੋੜ ਲੋਕਾਂ ਦੇ ਚੁਣੇ ਹੋਏ ਨੇ ਤੇ 130 ਕਰੋੜ ਲੋਕ ਜਿਹੜੇ ਆ ਉਹ ਇਹ ਨਹੀਂ ਕਹਿ ਲਈਏ ਕਿ ਵਿਆਹ ਦੇ ਵਿੱਚ ਅਸੀਂ 7 ਜਣੇ ਬੰਦੇ ਸੱਦਣੇ ਆ ਤੇ ਅਸੀਂ ਕਹਿ ਲਈਏ ਕਿ 130 ਕਰੋੜ ਆ ਗਏ। ਹੁਣ ਤੁਸੀਂ 130 ਕਰੋੜ ਦੇ ਵਿੱਚੋਂ ਜੇ 130 ਕਰੋੜ ਬੰਦੇ ਹੀ ਲੈ ਕੇ ਜਾਓ ਤੇ ਉਹਨਾਂ ਦਾ ਇੱਕ ਇਕੱਲਾ ਰੀਪ੍ਰੈਜ਼ੈਂਟ ਵੀ ਆ ਜਾਵੇ ਤੇ ਉਹ ਭੀੜ ਤਾਂ ਹੋਣੀ ਆ। ਫਿਰ ਉਹਨੂੰ ਭੀੜ ਕਹਿ ਲਓ ਜਾਂ ਫਿਰ ਕਹਿ ਲਓ ਕਿ ਲੋਕ ਕਹਿ ਲਓ, ਆਵਾਮ ਕਹਿ ਲਓ। ਇੱਦਾਂ ਹੁੰਦੀ ਹੈ ਨਾ ਕਿ ਜਦੋਂ ਗਲੀ ਦੇ ਵਿੱਚ ਕੋਈ ਨੌਜਵਾਨ ਜਿਹੜਾ ਹੈ ਕਈ ਵਾਰੀ ਜਵਾਨ ਹੁੰਦਾ ਨਾ, ਤੇ ਦੂਸਰੀ ਬਾਤ ਜਦੋਂ ਕਿਸੇ ਦੂਸਰੇ ਦਾ ਮੁੰਡਾ ਨਹੀਂ ਹੁੰਦਾ ਹਾਲੇ ਜਵਾਨ, ਤੇ ਉਹ ਚੜਾਮ ਕਹਿੰਦਾ, ਮੰਡੀਰ ਕਹਿੰਦਾ। ਤੇ ਜਦੋਂ ਉਹੀ ਮੁੰਡਾ ਜਵਾਨ ਹੋ ਕੇ 4-5 ਆਪਣੇ ਦੋਸਤਾਂ ਦੇ ਨਾਲ ਬੈਠਦਾ ਤੇ ਫਿਰ ਉਹ ਮੰਡੀਰ ਨਹੀਂ ਹੁੰਦੀ। ਉਹ ਕਹਿੰਦੇ ਜੀ ਕਾਕੇ ਹੁਣੀ ਘੁੰਮਣ ਗਏ ਹੋਏ ਆਪਣੇ ਦੋਸਤਾਂ ਦੇ ਨਾਲ। ਉਹ ਦੇਖ ਲਓ ਵੀ ਉਹ ਪਹਿਲਾਂ ਮੰਡੀਰ ਤੇ ਫਿਰ ਆਪਦੇ ਨਿਆਣਿਆਂ ਨੂੰ ਕਹਿਣਾ ਜੀ ਉਹ ਆਪਦੇ ਦੋਸਤਾਂ ਦੇ ਨਾਲ ਘੁੰਮਣ ਗਿਆ ਹੋਇਆ। ਇਹ ਕਿਤੇ ਨਾ ਕਿਤੇ ਸਰਕਾਰਾਂ ਨੂੰ ਸਮਝ ਨਹੀਂ ਲੱਗਦੀ। ਕਦੀ ਜਦੋਂ ਫਿਰ ਆਪਦਾ ਇਕੱਠ ਕਰਨਾ ਹੁੰਦਾ ਆ, ਚਾਹੇ ਉਹ ਬਿਹਾਰ ਦੀ ਰੈਲੀ ਹੋਵੇ, ਚਾਹੇ ਉਹਨਾਂ ਦੀ ਨਿਰਮਲਾ ਸੀਤਾਰਮਨ ਨਥਨੇ ਫੈਲਾ ਕੇ ਗੱਲਾਂ ਕਰਦੀ ਹੋਵੇ, ਉੱਥੇ 4-5 ਲੋਕ ਨਹੀਂ ਸਗੋਂ ਉੱਥੇ ਬਹੁਤ ਕੱਖਾਂ ਹੀ ਲੋਕਾਂ ਦਾ ਇਕੱਠ ਹੁੰਦਾ ਤੇ ਉਹ ਭੀੜ ਨਹੀਂ ਜੀ। ਤੇ ਉਦੋਂ ਭੀੜ ਦੇ ਵਿੱਚ ਫਿਰ ਡਿਸੀਜ਼ਨ ਨਹੀਂ ਹੁੰਦੇ ਜੀ। ਜਾਂ ਫਿਰ ਇਹ ਕਹਿ ਲਓ ਕਿ ਜਦੋਂ ਤੁਸੀਂ ਆਲ ਪਾਰਟੀ ਮੀਟਿੰਗ ਸੱਦਦੇ ਆ ਤੇ ਫਿਰ ਉਹ 40 ਤੋਂ ਵੱਧ ਹੁੰਦੀ ਹੈ ਤੇ ਉਦੋਂ ਫਿਰ ਭੀੜ ਨਹੀਂ। ਉਹ ਪਤਾ ਹੈ ਨਾ ਕਿ ਅਸੀਂ ਬੰਨੇ ਹੋਏ ਆ, ਅਸੀਂ ਤਾਂ ਇੱਦਾਂ ਬੰਨੇ ਹੋਏ ਆ ਕਿ ਅਸੀਂ ਤੇਲ ਦਾ ਪ੍ਰਾਈਸ ਵੀ ਵਧਾ ਦਿੰਦੇ ਆ ਤਾਂ ਵੀ ਕਹਿੰਦੇ ਆ ਜੀ ਸਮਾਜ ਦੀ ਭਲਾਈ ਦੇ ਲਈ ਆ, ਮੋਦੀ ਸਾਹਿਬ ਤਾਂ ਜੋ ਕਰ ਰਹੇ ਆ ਉਹ ਚੰਗੇ ਲਈ ਕਰ ਰਹੇ ਆ। ਜਿਹੜਾ ਆਪਾਂ ਮਹਿੰਗਾ ਤੇਲ ਪਵਾਉਂਦੇ ਆ ਉਹ ਸਰਕਾਰ ਦੇ ਹੱਕ ਵਿੱਚ ਜਾਂਦਾ। ਸੋ ਮਹਿੰਗਾ ਹੱਕ 'ਚ ਜਾਂਦਾ ਤਾਂ ਫਿਰ ਉਹ ਜਿਹੜੀ GDP ਆ ਉਹ ਕਿਉਂ ਨਹੀਂ ਵੱਧਦੀ? ਇਹਨਾਂ ਦੇ ਕੋਲ ਤਰਕ ਨਹੀਂ ਹੁੰਦਾ ਜੀ। ਹੁਣ ਇਹਨਾਂ ਦੀ ਗੱਲ ਦੇ ਉੱਤੇ ਲਾ ਲਓ ਕਿ ਭੀੜ ਦਾ ਕੋਈ ਰੂਪ ਵੀ ਨਹੀਂ ਹੁੰਦਾ। ਜਦੋਂ ਭੀੜ ਇਕੱਠੀ ਕਰਨੀ ਆ ਤਾਂ ਫਿਰ ਉਹ ਭੀੜ ਦੇ ਕੋਲ ਕੋਈ ਜਵਾਬ, ਕੋਈ ਸਵਾਲ, ਕੋਈ ਹੱਲ ਨਹੀਂ ਹੁੰਦੇ। ਹੁਣ ਸਾਡੇ ਕੋਲ ਤਾਂ ਜਵਾਬ ਵੀ ਹੈਗੇ ਆ, ਸਾਡੇ ਕੋਲੇ ਸਵਾਲ ਵੀ ਹੈਗੇ ਆ ਤੇ ਅਸੀਂ ਹੱਲ ਵੀ ਕੱਢ ਕੇ ਦਿਖਾਉਂਦੇ ਆ। ਕੱਲਾ ਜਿਹੜਾ ਇਸ ਸੰਘਰਸ਼ ਦੇ ਵਿੱਚ ਸ਼ਾਮਲ ਹੈ, ਚਾਹੇ ਤੁਸੀਂ ਬੱਚੇ ਤੋਂ ਪੁੱਛ ਲਓ, ਚਾਹੇ ਤੁਸੀਂ ਨੌਜਵਾਨ ਤੋਂ ਪੁੱਛ ਲਓ, ਉਹਨੂੰ ਸਾਰੀ ਗਾਥਾ ਪਤਾ ਹੈ। ਉਹ ਇਸ ਕਰਕੇ ਪਤਾ ਹੈ ਕਿਉਂਕਿ ਕਦੀ ਇਹਨਾਂ ਦੀ ਹੀਰੋਇਨ ਉੱਠ ਕੇ ਕਹਿ ਦਿੰਦੀ ਹੈ ਇਨਕੋ ਤਾਂ ਕੁਝ ਪਤਾ ਹੀ ਨਹੀਂ ਹੈ। ਫਿਰ ਸਾਡੇ ਲੋਕ ਹੀ ਕਹਿੰਦੇ ਆ ਵੀ ਇੱਦਾਂ ਕਹਿੰਦੇ ਆ ਤੁਹਾਨੂੰ, ਤੁਸੀਂ 5 ਸਟਾਰ ਤੋਂ ਥੱਲੇ ਤਾਂ ਗੱਲ ਕਰਨੀ ਨਹੀਂ, ਤੁਹਾਨੂੰ 5 ਸਟਾਰ ਦੇ ਵਿੱਚ ਹੋਟਲ ਵੀ ਰੂਮ ਕਰਾ ਦਾਂਗੇ, ਰਿਟਰਨ ਟਿਕਟ ਵੀ ਲਵਾਂਗੇ। ਕਿਉਂਕਿ ਰਿਟਰਨ ਟਿਕਟ ਇਸ ਕਰਕੇ ਕਿ ਤੁਸੀਂ ਜਲਦੀ ਚੱਲ ਜਿਓ, ਤੁਹਾਡਾ ਟਾਈਮ ਬਰਬਾਦ ਨਾ ਹੋਵੇ, ਕਿਉਂਕਿ ਤੁਸੀਂ ਇੱਦਾਂ ਦੀਆਂ ਸਟੇਟਮੈਂਟਾਂ ਬਥੇਰੀਆਂ ਦੇਣੀਆਂ ਹੁੰਦੀਆਂ ਜਾ ਕੇ। ਤੇ ਉਸ ਤੋਂ ਬਾਅਦ ਤੁਸੀਂ ਸਾਨੂੰ ਘੰਟਾ ਕੁ ਲਾ ਕੇ, 1.5 ਘੰਟਾ ਲਾ ਕੇ ਸਮਝਾ ਜਾਓ। ਫਿਰ ਉਹ ਤੋਂ ਬਾਅਦ ਉਹ ਸਮਝਾਉਣ ਨਹੀਂ ਆਉਂਦੇ। ਫਿਰ ਇੱਕ ਹੋਰ ਬੀਬੀ ਇਹਨਾਂ ਨੇ ਰੱਖੀ ਹੋਈ ਆ, ਉਹ ਕੁੱਤੇ ਵੀ ਕੁਝ ਬੋਲਦਾ ਤੇ ਉਹ ਸ਼ੁਰੂ ਹੋ ਜਾਂਦੀ ਆ। ਇੱਦਾਂ ਹੁੰਦਾ ਨਾ ਕਿ ਘਰ ਦੇ ਵਿੱਚ ਅਸੀਂ ਕੋਈ ਬੰਦਾ ਇੱਦਾਂ ਦੇ ਰੱਖਿਆ ਹੁੰਦਾ ਵੀ ਅਸੀਂ ਜਿਹੜਾ ਆ ਨਿਆਣਿਆਂ ਨੂੰ ਡਾਂਟਣਾ ਨਹੀਂ, ਤੂੰ ਨਿਆਣਿਆਂ ਨੂੰ ਡਾਂਟਣਾ ਤਾਂ ਮੈਂ ਬਰਾਊਂਗੀ ਤੇ ਆਪੇ ਗੱਲ ਬਣ ਜਾਣੀ, ਨਿਆਣਿਆਂ ਨੂੰ ਡਾਂਟਿਆ ਵੀ ਜਾਣਾ ਤੇ ਗੱਲ ਵੀ ਖਤਮ ਹੋ ਜਾਣੀ ਹੈ। ਉਹ ਬੀਬੀ ਇਸ ਲਈ ਰੱਖਿਆ ਕੋਈ ਵੀ ਮੁੱਦਾ ਹੋ ਜਾਵੇ ਉਹ ਅੱਗ ਲਾ ਕੇ ਚਲੇ ਜਾਂਦੀ ਹੈ। ਪੰਜਾਬ 'ਚ ਇੱਕ ਕਹਾਵਤ ਆ ਜੀ, ਅੱਗ ਲਾ ਕੇ ਰੂੜੀ ਤੇ। ਤਾਂ ਇਹਨਾਂ ਨੇ ਬੰਦੇ ਇੱਦਾਂ ਦੇ ਰੱਖੇ ਹੋਏ ਜਿਹੜੇ ਅੱਗ ਲਾ ਕੇ ਆਪ ਪਾਸੇ ਹਟ ਜਾਂਦੇ ਨੇ। ਫਿਰ ਉਹ ਅੱਗ ਇੱਦਾਂ ਸੇਕਦੇ ਨੇ ਕਿ ਬਸ ਅਸੀਂ ਮਚਾਈ ਹੈ ਜੀ, ਅਸੀਂ ਸਭ ਕੁਝ ਕੀਤਾ ਹੈ ਤੇ ਅਸੀਂ ਕੁਝ ਹੋਇਆ। ਕਿਸਾਨੀ ਸੰਘਰਸ਼ ਹੁਣ ਰੋਲ ਕਿਸਾਨ ਸੰਘਰਸ਼ ਨਹੀਂ ਰਹਿ ਗਿਆ। ਇਹ ਸਰਕਾਰਾਂ ਜਿਹੜੀਆਂ ਨੇ ਇਹਨੂੰ ਕਿਤੇ ਪ੍ਰੋਪੇਗੰਡੇ ਲਈ ਵਰਤਦੀਆਂ ਨੇ। ਹੁਣ ਇੱਥੇ ਜੇ ਅਸੀਂ ਰੀਜਨਲ ਪਾਰਟੀ ਦੀ ਗੱਲ ਕਰ ਲਈਏ ਜਾਂ ਫਿਰ ਆਪਾਂ ਜਿਹੜੀ ਓਪੋਜੀਸ਼ਨ ਦੀ ਗੱਲ ਕਰ ਲਈਏ, ਹਰ ਕੋਈ ਰੋਟੀਆਂ ਸੇਕਣ ਫਿਰਦਾ। ਓਪੋਜੀਸ਼ਨ ਨੂੰ ਲੱਗਦਾ ਹੀ ਨਹੀਂ ਕਦੇ ਕਿ ਉਹਨਾਂ ਨੇ ਕੋਈ ਚੰਗਾ ਇੱਕ ਜ਼ਿੰਮੇਵਾਰੀ ਵਾਲਾ ਰੋਲ ਨਿਭਾਇਆ ਹੋਵੇ ਤਾਂ ਓਪੋਜੀਸ਼ਨ ਜਿਹੜੀ ਕਵੇ ਕਿ ਬਈ ਆਹ ਕੰਮ ਗਲਤ ਹੈ ਤੇ ਗਲਤ ਹੈ,
ਜਦੋਂ ਇਹ ਓਪੋਜੀਸ਼ਨ ਬੋਲਣ ਦੀ ਕੋਸ਼ਿਸ਼ ਕਰਦੀ ਹੈ 2 ਦਿਨ ਬੋਲਦੀ ਹੈ ਤੇ ਫਿਰ ਡਰਾਮਾ ਕਰਕੇ ਬਾਹਰਾਂ ਹੋ ਜਾਂਦੀ ਹੈ। ਇਹ ਵੀ ਕਿਤੇ ਕੋਈ ਚੰਗੀ ਗੱਲ ਨਹੀਂ ਹੈਗੀ। ਸੋ ਖੈਰ ਸਾਹਿਬ, ਤੁਸੀਂ ਨਾਮ ਲਿਆ ਹੁਣੇ ਓਪੋਜੀਸ਼ਨ ਦਾ, ਤੇ ਹਰ ਇੱਕ ਨੂੰ ਪਤਾ ਹੈ ਕਿ ਭਾਰਤ ਦੇ ਬੰਗਾਲ ਦੇ ਵਿੱਚ ਇਲੈਕਸ਼ਨ ਜਿਹੜੇ ਨੇ ਹੋਣ ਜਾ ਰਹੇ ਨੇ, ਐਂਡ ਮਮਤਾ ਬੈਨਰਜੀ ਦਾ ਜਿਹੜਾ ਹਾਲ ਹੈ ਵਾਕਈ ਥੋੜਾ ਖਰਾਬ ਨਜ਼ਰ ਆ ਰਿਹਾ ਹੈ, ਕਿਉਂਕਿ 40 ਤੋਂ ਵੱਧ ਜਿਹੜੇ ਉਹਨਾਂ ਦੇ ਨੇਤਾ ਨੇ ਉਹ ਬੀਜੇਪੀ ਵਿੱਚ ਜਾ ਕੇ ਸ਼ਾਮਲ ਹੋ ਚੁੱਕੇ ਨੇ। ਇਸ ਤੋਂ ਇਲਾਵਾ ਉਹਨਾਂ ਦੇ ਭਤੀਜੇ ਦੇ ਉੱਪਰ ਸੀਬੀਆਈ ਦੀ ਰੇਡ ਜਿਹੜੀ ਹੈ ਚੱਲ ਰਹੀ ਹੈ। ਅਸੀਂ ਹਰ ਥਾਂ ਦੇਖਦੇ ਹਾਂ ਕਿ ਜਿਹੜੀ ਸਰਕਾਰ ਹੈ ਆਪਣੀ ਜਿਹੜੀਆਂ ਏਜੰਸੀਆਂ ਨੇ ਉਹਨਾਂ ਦਾ ਬਾਖੂਬੀ ਫਾਇਦਾ ਐਂਡ ਕਹੀਏ ਕਿ ਜਿਹੜਾ ਮਿਸਯੂਜ਼ ਜਿਹੜਾ ਹੈ ਉਹ ਚੰਗੀ ਤਰ੍ਹਾਂ ਲੈਂਦੀ ਹੈ, ਤੇ ਹੁਣ ਇਹਨਾਂ ਦੇ ਉੱਪਰ ਸੀਬੀਆਈ ਰੇਡ ਜਿਹੜੀ ਹੈ ਸ਼ੁਰੂ ਹੋਣ ਜਾ ਰਹੀ ਹੈ। ਸੋ ਮਮਤਾ ਬੈਨਰਜੀ ਦਾ ਜਿਹੜਾ ਹਾਲ ਹੈ, ਕੀ ਲੱਗ ਰਿਹਾ ਕਿ ਇਲੈਕਸ਼ਨ ਦੇ ਵਿੱਚ ਕੀ ਨਤੀਜਾ ਆਊਗਾ? ਦੇਖੋ, ਜਦੋਂ ਆਪਾਂ ਸਿਸਟਮ ਦੀ ਗੱਲ ਕਰਦੇ ਹਾਂ ਤੇ ਸਭ ਤੋਂ ਜ਼ਿਆਦਾ ਹਾਰਸ ਟ੍ਰੇਡਿੰਗ ਖਰੀਦੋ ਫਰੋਖਤ ਬੀਜੇਪੀ ਦੇ ਜਿਹੜੇ ਸਾਲ ਨੇ 2 ਪਾਰੀਆਂ ਜਿਹੜੀਆਂ ਨੇ ਉਹਨਾਂ ਦੌਰਾਨ ਹੋਈ ਹੈ, ਚਾਹੇ ਉਹ ਮਹਾਰਾਸ਼ਟਰ ਹੋਵੇ ਤੇ ਚਾਹੇ ਹੁਣ ਪੌਂਡੋਚੇਰੀ ਦਾ ਜਿਹੜਾ ਫਲੋਰ ਟੈਸਟ ਹੋਵੇ। ਇਹ ਕਿਤੇ ਨਾ ਕਿਤੇ ਇਹ ਸਭ ਕੁਝ ਜਿਹੜਾ ਕੀਤਾ ਕਰਾਇਆ ਹੈ। ਪਹਿਲਾਂ ਕਦੀ ਨਹੀਂ ਅਸੀਂ ਸੁਣਿਆ ਸੀਗਾ, ਜੇ ਸੁਣਿਆ ਵੀ ਸੀਗਾ ਤੇ ਇੰਨਾ ਖੁੱਲ੍ਹ ਕੇ ਸਾਹਮਣੇ ਨਹੀਂ ਸੀ ਆਉਂਦਾ। ਹੁਣ ਇੱਦਾਂ ਹੈ ਕਿ ਗੋਆ ਦੇ ਵਿੱਚ ਵੀ ਸਰਕਾਰ ਬਣਨੀ ਹੋਵੇ ਤਾਂ ਉਹ ਪਹਿਲਾਂ ਹੀ ਆਪਣੇ ਜਿਹੜੇ ਮੰਤਰੀ ਸ਼ੰਤਰੀ ਆ ਉਹ ਕਿਸੇ ਹੋਟਲ 'ਚ ਬੰਦ ਕਰਦੇ ਵੀ ਪਈ ਇਹਨਾਂ ਦੇ ਨਾਲ ਕਿਸੇ ਦੀ ਗੱਲਬਾਤ ਨਾ ਹੋ ਜਾਵੇ, ਕਿਉਂਕਿ ਲਾਲਚ ਬਹੁਤ ਵੱਡੇ ਦਿੱਤੇ ਜਾਂਦੇ ਆ। ਹੁਣ ਸੀਬੀਆਈ ਦਾ ਇਸੇ ਹੀ ਮੌਕੇ ਐਕਟਿਵ ਹੋਣਾ, ਇਸੇ ਹੀ ਮੌਕੇ ਜਾਂਚਾਂ ਹੋਣੀਆਂ, ਇਹ ਕਿਤੇ ਨਾ ਕਿਤੇ ਇੱਦਾਂ ਥੋੜ੍ਹੀ ਲੱਗਦਾ ਕਿ ਹਾਸੋ ਵੀ ਨਹੀਂ ਗੱਲ ਹੈਗੀ। ਕੱਲ ਕਹਿ ਦਿੱਤਾ ਜਦੋਂ ਭਤੀਜੇ ਦੀ ਘਰ ਵਾਲੀ ਜਿਹੜੀ ਸੀ ਮਮਤਾ ਬੈਨਰਜੀ ਦੇ ਭਤੀਜੇ ਦੀ ਘਰ ਵਾਲੀ ਨੂੰ ਵੀ ਜਿਹੜਾ ਆ ਪੁਲਿਸ ਦਾ ਇੱਕ ਸੰਮਣ ਆ ਗਿਆ, ਉਹ ਕਹਿੰਦੇ ਜੀ ਨਹੀਂ ਤੁਹਾਨੂੰ ਤਾਂ ਹੁਣ ਪੇਸ਼ ਹੋਣਾ ਪੈਣਾ, ਤੁਹਾਨੂੰ ਅਸੀਂ ਲੈ ਕੇ ਜਾਣਾ। ਤੇ ਕੱਲ ਮਮਤਾ ਬੈਨਰਜੀ ਦੀ ਇੱਕ ਸਟੇਟਮੈਂਟ ਆਉਂਦੀ ਆ, ਉਹ ਕਹਿੰਦੇ ਜੀ ਅਸੀਂ ਡਰਨ ਵਾਲਿਆਂ ਚੋਂ ਨਹੀਂ ਹਾਂ। ਵਾਕਈ ਹੁਣ ਡਰ ਕੇ ਤਾਂ ਜਿਹੜੀ ਗੱਲ ਬਣਾਈ ਨਹੀਂ ਜਾ ਸਕਦੀ। ਇੱਦਾਂ ਦੇ ਸਿਨੈਰੀਓ ਜਿਹੜਾ ਸੀ ਉਹ ਪੰਜਾਬ ਦੇ ਵਿੱਚ ਤੁਸੀਂ ਥੋੜ੍ਹੇ ਦਿਨ ਪਹਿਲਾਂ ਵੇਖਿਆ ਹੋਣਾ ਕਿ ਜਦੋਂ ਈਡੀ ਦੇ ਨੋਟਿਸ ਜਿਹੜੇ ਆ ਉਹ ਰਣਇੰਦਰ ਨੂੰ ਵੀ ਆਉਂਦੇ ਸੀ ਤੇ ਕੈਪਟਨ ਅਮਰਿੰਦਰ ਸਿੰਘ ਹੁਣਾਂ ਨੂੰ ਵੀ ਆਉਂਦੇ ਸੀ। ਇਦੋਂ ਹੀ ਪਹਿਲਾਂ ਜੇ ਅਸੀਂ ਹੋਰ ਗੱਲ ਕਰ ਲਈਏ ਤੇ ਇੱਦਾਂ ਦੀ ਗੱਲਬਾਤ ਜਿਹੜੀ ਹੈ ਹੁਣ ਕਿਸਾਨੀ ਸੰਘਰਸ਼ ਨਾਲ ਵੀ ਹੋਣ ਲੱਗ ਪਈ। ਕਿਸਾਨੀ ਸੰਘਰਸ਼ ਵੀ ਦੇਖੋ, ਕਦੀ FIR, ਕਦੇ ਸੈਡੀਸ਼ਨ ਤੇ ਕਦੇ UAPA ਤੇ ਕਦੀ ਕੋਈ ਹੋਰ ਡਰਾਮਾ। ਇਹ ਸਰਕਾਰਾਂ ਜਿਹੜੀਆਂ ਨੇ ਆਪਣੇ ਤੰਤਰ ਵਰਤਣੇ ਸ਼ੁਰੂ ਕਰ ਜਾਂਦੀਆਂ। ਹੁਣ ਇਹਨਾਂ ਨੇ ਬੀਜੇਪੀ ਵਾਲਿਆਂ ਨੇ ਤੇ ਇਹ ਕੰਮ ਫੜ ਲਿਆ, ਜਾਂ ਕਹਿ ਲਓ ਕਿ ਬੀਜੇਪੀ ਸਰਕਾਰ ਦਾ ਤੇ ਇਹੀ ਕੰਮ ਹੈ ਕਿ ਜਿੱਥੇ ਕੋਈ ਇਹਨਾਂ ਦੇ ਖਿਲਾਫ ਬੋਲਦਾ ਆ ਉੱਥੇ ਜਾਂ ਤਾਂ ਫਿਰ ਉਹ ਦੇਸ਼ ਧਰੋਹ ਆ, ਜਾਂ ਫਿਰ NIA ਆ, ਤੇ ਜਾਂ ਫਿਰ CBI ਆ, ਤੇ ਜਾਂ ਫਿਰ ਹੋਰ ਨਹੀਂ ਕੁਛ ਤੇ ਫਿਰ ED ਆ। ਪਹਿਲਾਂ ਵੀ ਇੱਦਾਂ ਹੁੰਦਾ ਆ, ਮੈਂ ਬਾਰ-ਬਾਰ ਇਹ ਕਹਿੰਦਾ ਕਿ ਪਹਿਲਾਂ ਵੀ ਇੱਦਾਂ ਹੁੰਦਾ ਆ, ਪਰ ਇੰਨਾ ਖੁੱਲ੍ਹ ਕੇ ਨਹੀਂ ਸੀਗਾ। ਕਿਤੇ ਨਾ ਕਿਤੇ ਸਰਕਾਰਾਂ ਨੂੰ ਸਮਝਣਾ ਚਾਹੀਦਾ ਕਿ ਟਾਈਮ ਬਦਲਣ ਲੱਗੇ ਦੇਰੀ ਨਹੀਂ ਲੱਗਣੀ। ਸੋ ਇਹਨਾਂ ਏਜੰਸੀਆਂ ਦੀ ਇੱਕ ਸਾਖ ਬਚੀ ਰਹਿਣ ਦੇ ਲਈ ਥੋੜ੍ਹਾ ਜਿਹਾ ਤੇ ਇਹਨਾਂ ਨੂੰ ਸੰਦਰਭ ਦੇ ਨਾਲ, ਥੋੜ੍ਹਾ ਜਿਹਾ ਟਰਮੇ ਦੇ ਨਾਲ ਵਰਤਣ ਦੀ ਲੋੜ ਹੈ। ਜੀ ਖੈਰ ਸਾਹਿਬ, ਮੈਂ ਹੁਣ ਇਹ ਖਬਰ ਪੜ੍ਹ ਰਿਹਾ ਸੀਗਾ ਕਿ ਰੋਬਰਟ ਵਾਡਰਾ ਜਿਹੜੇ ਨੇ ਉਹ ਅੱਜ ਆਪਣੇ ਆਫਿਸ ਗਏ ਨੇ, ਸਾਈਕਲ ਤੇ ਗਏ ਨੇ, ਤੇ ਉਹਨਾਂ ਨੇ ਆਪਣੇ ਤਰੀਕੇ ਦੇ ਨਾਲ ਰੋਸ ਪ੍ਰਗਟ ਕੀਤਾ ਕਿ ਵਾਕਈ ਪੈਟਰੋਲ ਦਾ ਰੇਟ ਬੜਾ ਮਹਿੰਗਾ ਹੋ ਗਿਆ। ਸੋ ਮੈਂ ਸਾਈਕਲ ਤੇ ਜਾਵਾਂਗਾ, ਸਾਈਕਲ ਤੇ ਗਏ ਵੀ। ਮੈਂ ਸੋਚ ਰਿਹਾ ਕਿ ਹੁਣ ਕਿਉਂਕਿ ਸਰਕਾਰ ਜਿਹੜੀ ਹੈ ਰੈਗੂਲਰ ਉਹਨਾਂ ਦੇ ਉੱਪਰ CBI ਦੀ ਜਿਹੜੀ ਰੇਡ ਹੈ ਪਾਉਂਦੀ ਰਹਿੰਦੀ, ਕੋਈ ਨਾ ਕੋਈ ਇਨਵੈਸਟੀਗੇਸ਼ਨ ਦੇ ਲਈ ਉਹਨਾਂ ਨੂੰ ਬੁਲਾਉਂਦੀ ਰਹੀ ਹੈ। ਸੋ ਸ਼ਾਇਦ ਇਹ ਛੋਟਾ ਜਿਹਾ ਮੂਵਮੈਂਟ ਵੀ ਉਹਨਾਂ ਨੂੰ ਇੱਕ ਵਾਰ ਫੇਰ ਬੁਲਾਵਾ ਜ਼ਰੂਰ ਦੇਗਾ ਕਿ ਆਓ ਜੀ, ਤੁਸੀਂ ਕਾਹਤੋਂ ਸਾਈਕਲ ਕੱਢੀ, ਤੁਸੀਂ ਕਾਹਤੋਂ ਜੀ ਆਹ ਕੀਤਾ। ਸੋ ਉੱਧਰ ਜਿਹੜੀ ਹੈ ਆਹ ਗੱਲਬਾਤ ਜਿਹੜੀ ਹੈ ਹੁਣ ਹੋ ਸਕਦੀ ਹੈ, ਕਿਉਂਕਿ ਸਰਕਾਰ ਜਿਵੇਂ ਤੁਸੀਂ ਕਿਹਾ ਹਰ ਥਾਈਂ ਚਾਹੇ ਕਿਸਾਨ ਹੋਣ, ਚਾਹੇ ਓਪੋਜੀਸ਼ਨ ਹੋਵੇ, ਚਾਹੇ ਪੰਜਾਬ ਵਿੱਚ ਹੋਵੇ, ਚਾਹੇ ਮੇਨ ਸੈਂਟਰ ਵਿੱਚ ਹੋਵੇ, ਜਾਂ ਫਿਰ ਬੰਗਾਲ ਜਾਂ ਕਿਤੇ ਵੀ ਹੋਵੇ। ਸੋ ਜਿਹੜੇ ਪੈਂਤੜੇ ਜਿਹੜੇ ਨੇ ਕਿ ਸਰਕਾਰੀ ਏਜੰਸੀਆਂ ਦੇ ਨਾਲ ਉਹਨਾਂ ਨੂੰ ਡਰਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ, ਉਹਨਾਂ ਦੀ ਫਾਈਲਾਂ ਖੋਲ ਕੇ ਜਿਹੜੀ ਗੱਲਬਾਤ ਹੈ ਉਹਨਾਂ ਨੂੰ ਡਰਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਸੋ ਹਰ ਇੱਕ ਇਨਸਾਨ ਨੂੰ ਪਤਾ ਚੱਲ ਗਿਆ ਕਿ ਜਦੋਂ ਵੀ ਕੋਈ ਬੰਦਾ ਬੋਲਦਾ ਨਾਲ ਹੀ ਇੱਕ ਦਿਨ ਚੁੱਪ ਹੋ ਕੇ ਬਹਿ ਜਾਂਦਾ ਨਾ, ਫਿਰ ਲੱਗ ਜਾਂਦਾ ਕਿ ਲੋ ਜੀ ਕੋਈ ਡਰਾਵਾ ਜਿਹੜਾ ਹੈ ਉਸ ਬੰਦੇ ਨੂੰ ਮਿਲ ਗਿਆ। ਪਰ ਖੈਰ ਸਾਹਿਬ, ਵੈਸੇ ਨੋਰਮਲੀ ਗੱਲ ਕੀਤੀ ਜਾਵੇ, ਦੋਸਤ ਵੀ ਸ਼ਾਇਦ ਸੋਚਦੇ ਹੋਣੇ ਆ ਇੱਦਾਂ ਦੇ ਕੋਈ ਹੱਲ ਹੀ ਨਹੀਂ, ਫਿਰ ਇੱਦਾਂ ਦੇ ਕੋਈ ਬੰਦਾ ਬੋਲੇਗਾ ਹੀ ਨਹੀਂ। ਦੇਖੋ, ਕਹਿੰਦੇ ਹੁੰਦੇ ਨਾ ਕਿ ਜਦੋਂ ਘੜਾ ਭਰ ਜਾਵੇ ਤੇ ਫਿਰ ਉਹਦਾ ਹੱਲ ਜਿਹੜਾ ਆ ਉਹ ਹੁੰਦਾ ਕਿ ਬਾਹਰ ਨੂੰ ਉਲਟਣ ਲੱਗ ਪੈਂਦਾ, ਤੇ ਕਦੀ ਫਿਰ ਉਹ ਘੜਾ ਫਟ ਜਾਂਦਾ। ਇਹ ਸਾਰੀਆਂ ਗੱਲਾਂ ਹੁੰਦੀਆਂ। ਸਾਨੂੰ ਕਾਂਗਰਸ ਟਾਈਮ ਵੀ ਲੱਗਦਾ ਸੀ ਕੋਈ ਹੱਲ ਹੀ ਨਹੀਂ ਹੋਣਾ, ਐਮਰਜੈਂਸੀ ਲੱਗਦੀ ਆ, 84 ਹੁੰਦੀ ਆ, 84 ਤੋਂ ਬਾਅਦ ਪੰਜਾਬ ਦਾ ਘਾਣ ਹੋਣਾ ਸ਼ੁਰੂ ਹੁੰਦਾ ਹੈ। ਸਾਨੂੰ ਲੱਗਦਾ ਸੀ ਕੋਈ ਹੱਲ ਨਹੀਂ ਹੈ। ਹੱਲ ਉਸ ਸਮੇਂ ਦਾ ਵੀ ਸੀ, ਹੱਲ ਇਸ ਸਮੇਂ ਦਾ ਵੀ ਸੀ। ਇਹ ਟਾਈਮ ਦੀਆਂ ਗੱਲਾਂ ਆ, ਪਰ ਹੁਣ ਟਾਈਮ ਬਦਲੂਗਾ ਕਿੱਦਾਂ, ਇਹ ਵੇਖਣ ਵਾਲੀ ਗੱਲ ਜਿਹੜੀ ਹੈ ਉਹ ਹੋਏਗੀ। ਕਿਉਂਕਿ ਹੁਣ ਅਸੀਂ ਨਜ਼ਰਾਂ ਟਿਕਾ ਕੇ ਰੱਖ ਸਕਦੇ ਹਾਂ, ਬਾਰ-ਬਾਰ ਇਹ ਦੱਸ ਸਕਦੇ ਹਾਂ ਕਿ ਸਰਕਾਰਾਂ ਕੀ ਕਰ ਰਹੀਆਂ ਨੇ, ਕਿੱਦਾਂ ਕਰ ਰਹੀਆਂ ਨੇ। ਹੁਣ ਜੇ ਕਿਸਾਨੀ ਸੰਘਰਸ਼ ਦੀ ਗੱਲ ਕਰ ਲਈਏ ਤੇ ਬਦਲਾਅ ਦਾ ਰੂਪ ਹੀ ਹੈ। ਸ਼ਾਇਦ ਕਿਸਾਨੀ ਸੰਘਰਸ਼ ਮੈਨੂੰ ਲੱਗਦਾ ਇੱਦਾਂ ਦੇ ਬੜੇ ਸਾਰੇ ਸੰਘਰਸ਼ ਜਿਹੜੇ ਹੋਰ ਨੇ ਉਹ ਬਦਲਾਅ ਦਾ ਰੂਪ ਹੈ। ਸੋ ਬਦਲਾਅ ਜਿਹੜਾ ਹੈ ਉਹ ਇੱਦਾਂ ਹੀ ਆਉਂਦਾ ਹੈ, ਔਰ ਇਹ ਬਦਲਾਅ ਜਿਹੜਾ ਹੁਣ ਆਪਣੇ ਪੈਰੀ ਪੈ ਗਿਆ। ਸ਼ਾਇਦ ਥੋੜ੍ਹੇ ਦਿਨਾਂ ਤੱਕ ਸਾਨੂੰ ਬਦਲਾਅ ਦੇਖਣ ਨੂੰ ਮਿਲੇ, ਜੇ ਅਸੀਂ ਚੰਗੇ ਮੂਡ 'ਚ ਰਹੀਏ, ਚੰਗੇ ਰੌਂਹ 'ਚ ਰਹੀਏ, ਇਕੱਠ 'ਚ ਰਹੀਏ, ਤਾਂ ਇਹ ਗੱਲ ਹੋ ਸਕਦੀ ਹੈ। ਜੀ ਵਾਕਈ ਦੋਸਤੋ, ਜਿਹੜਾ ਬਦਲਾਅ ਹੈ ਉਹ ਸਾਡੇ ਸਾਹਮਣੇ ਹੈ। ਬਸ ਸਾਨੂੰ ਲੋੜ ਇਸ ਨੂੰ ਚੰਗੀ ਤਰ੍ਹਾਂ ਸਮਝਣ ਦੀ, ਵੱਧ ਤੋਂ ਵੱਧ ਹੋਰਾਂ ਲੋਕਾਂ ਨੂੰ ਸਮਝਾਉਣ ਦੇ ਲਈ ਕਿ ਸਰਕਾਰਾਂ ਜਿਹੜੀਆਂ ਨੇ ਕੀ ਕਰ ਰਹੀਆਂ ਨੇ, ਕੀ ਹੋਣਾ ਚਾਹੀਦਾ ਹੈ। ਕਿਉਂਕਿ ਅਗਰ ਗੱਲ ਕੀਤੀ ਜਾਵੇ ਤਾਂ ਦੇਸ਼ ਵਿੱਚ ਮਹਿੰਗਾਈ ਜਿਹੜੀ ਹੈ ਇਸ ਵਕਤ ਆਸਮਾਨ ਨੂੰ ਛੂਹ ਰਹੀ ਹੈ। ਬੇਰੁਜ਼ਗਾਰੀ ਦੀ ਗੱਲ ਕਰਾਂ ਤਾਂ ਬੇਰੁਜ਼ਗਾਰੀ ਬਹੁਤ ਜ਼ਿਆਦਾ ਵੱਧ ਚੁੱਕੀ ਹੈ। ਇੱਕ ਛੋਟੀ ਜਿਹੀ ਪੋਸਟ ਲਈ ਯੂਪੀ ਦੇ ਵਿੱਚ ਜਸਟ ਇੱਕ PA ਦੀ ਪੋਸਟ ਲਈ PhD ਤੱਕ ਦੇ ਜਿਹੜੇ ਹੋਲਡਰ ਸਟੂਡੈਂਟ ਸੀਗੇ ਉਹਨਾਂ ਨੇ ਅਪਲਾਈ ਕੀਤਾ। ਸੋ ਗੱਲ ਸਿਰਫ ਯੂਪੀ ਦੇ ਨਹੀਂ ਹੈ, ਇਵਨ ਪੰਜਾਬ ਵਿੱਚ ਵੀ ਸਿਮਿਲਰ ਜਾਂ ਹੋਰਾਂ ਸੂਬਿਆਂ ਵਿੱਚ ਵੀ ਸਿਮਿਲਰ ਕੇਸ ਨੇ।
ਸੋ ਜਿਹੜੇ ਸਾਡੇ ਮੇਨ ਰਾਈਟਸ ਹੋਣੇ ਚਾਹੀਦੇ ਨੇ, ਇੱਕ ਐਜੂਕੇਸ਼ਨ ਦਾ, ਇੱਕ ਵਧੀਆ ਜੋਬ ਦਾ, ਇੱਕ ਵਧੀਆ এনवायरमेंट ਦਾ, ਸਰਕਾਰ ਹਰ ਪੱਖੋਂ ਨਾਕਾਮ ਸਾਬਿਤ ਹੋ ਰਹੀ ਹੈ। ਸਿਰਫ ਤੇ ਸਿਰਫ ਧਰਮਾਂ ਦੇ ਵਿੱਚ ਸਾਨੂੰ ਲੜਾਉਣ ਦੀ ਜਾਂ ਫਿਰ ਭੜਕਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਜਿਨ੍ਹਾਂ ਦੇ ਉੱਪਰ ਸਾਨੂੰ ਉੱਠ ਕੇ ਦੇਖਣ ਦੀ ਲੋੜ ਹੈ ਤੇ ਸਰਕਾਰਾਂ ਕੋਲ ਸਵਾਲ ਪੁੱਛਣ ਦੀ ਲੋੜ ਹੈ। ਸੋ ਇਸੇ ਮੁੱਦਿਆਂ ਦੇ ਉੱਪਰ ਸਾਡੀ ਜਿਹੜੀ ਗੱਲਬਾਤ ਹੈ ਹਮੇਸ਼ਾ ਰਹਿੰਦੀ ਹੈ। ਪ੍ਰੋਗਰਾਮ ਦਾ ਨਾਮ ਵੀ ਮੁੱਦਾ ਹੈ, ਤਾਂ ਜੋ ਜਿਹੜੇ ਵਧੀਆ ਮੁੱਦੇ ਨੇ ਤੁਹਾਡੇ ਸਾਹਮਣੇ ਰੱਖੇ ਜਾਣ, ਤੁਹਾਨੂੰ ਸਮਝ ਆਵੇ ਤੇ ਤੁਸੀਂ ਹੋਰਾਂ ਲੋਕਾਂ ਨੂੰ ਇਸ ਬਾਰੇ ਜ਼ਰੂਰ ਜਾਣੂ ਕਰਾਵੋ। ਸੋ ਐਸੇ ਦੋਸਤੋ, ਸਾਡਾ ਅੱਜ ਦਾ ਪ੍ਰੋਗਰਾਮ ਮੁੱਦਾ ਉਮੀਦ ਕਰਦੇ ਹਾਂ ਤੁਹਾਨੂੰ ਪਸੰਦ ਆਇਆ ਹੋਵੇਗਾ। ਸਾਡੇ YouTube ਚੈਨਲ ਪੰਜਾਬ ਮਿਲ USA TV ਉੱਪਰ ਜਾ ਕੇ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਸਕਦੇ ਹੋ ਐਂਡ ਵੈਲਿਊਬਲ ਕਮੈਂਟ ਸਾਨੂੰ ਤੁਸੀਂ ਦੇ ਸਕਦੇ ਹੋ। ਤੁਹਾਡਾ ਬਹੁਤ ਬਹੁਤ ਧੰਨਵਾਦ।